earthly.
सतनाम। श्री वाहिगुरु साहिब जीओ। कृपा करो दीन के दाते, मेरा गुण अब गुण ना विचारो कोई। माटी का क्या धोपै स्वामी, मानस की गत एही। सूरा सो पहचानिए, जो लरे दीन के हेत। पुरजा पुरजा कट मरै, कबहू ना छाड़ै खेत। गगन दमामा बाजो, परयो निशानै काओ। खेत जो मांडियो सूरमा, खेत जो मांडियो सूरमा। अब जूझन को दाओ, सिक्खी तिखी है खंडे दी तार नालों। ताही ता कमाउणी औखी है, सिक्खी तिखी है खंडे दी तार नालों। ताही ता कमाउणी औखी है, ताही ता कमाउणी औखी है। तिखी तिखी खंडे दी तार नालों। ताही ता कमाउणी औखी है। तिखी तिखी है खंडे दी तार नालों। खंडे दी तार नालों। ताही ता कमाउणी औखी है। सिक्खी तिखी है खंडे दी तार नालों। ताही ता कमाउणी औखी है।
ਤਾਹੀ ਤਾਂ ਕਮਾਉਣੀ ਔਖੀ ਹੈ। ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਉਹ ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਪਿਆਰੇ ਜੀ ਤਾਹੀ ਤਾਂ ਕਮਾਉਣੀ ਔਖੀ ਹੈ। ਸਿੱਖੀ ਤਿੱਖੀ ਹੈ ਕੰਡੇ ਦੀ ਤਾਰ ਨਾਲੋਂ, ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਸਿੱਖੀ ਤਿੱਖੀ ਹੈ ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਤਿੱਖੀ ਹੈ ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਤਿੱਖੀ ਹੈ ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਤਿੱਖੀ ਹੈ ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਤਿੱਖੀ ਤਿੱਖੀ ਹੈ ਕੰਡੇ ਦੀ ਤਾਰ ਨਾਲੋਂ ਤਾਹੀ ਤਾਂ ਕਮਾਉਣੀ ਔਖੀ ਹੈ। ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ, ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇ ਇਸ ਸੇਵਾ ਵਿੱਚ ਪੈਰ ਪਾਇਆ, ਜਿਨ੍ਹਾਂ ਦੇ ਇਸ ਸੇਵਾ ਵਿੱਚ ਪੈਰ ਪਾਇਆ, ਜਿਨ੍ਹਾਂ ਦੇ ਇਸ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ, ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ
ਜਾਈਦਾ, ਸਿੱਖੀ ਕਮਾਉਣੀ ਔਖੀ, ਸਿੱਖੀ ਕਮਾਉਣੀ ਔਖੀ, ਸਿੱਖੀ ਕਮਾਉਣੀ ਔਖੀ, ਕਮਾਉਣੀ ਔਖੀ, ਸਿੱਖੀ 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 ਕਮਾਉਣੀ ਔਖੀ। ਜਿਉਂਦੇ ਮਰ ਜਾਈਦਾ, ਸਿੱਖੀ ਕਮਾਉਣੀ ਔਖੀ, 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 ਜਿਉਂਦੇ ਮਰ ਜਾਈਦਾ, ਸਿੱਖੀ ਕਮਾਉਣੀ ਔਖੀ। ਪਹਿਲਾ ਮਰਨ ਕਬੂਲ, ਜੀਵਨ ਕੀ ਜਦ ਆਸ, ਸਪਨਾ ਕੀ ਦੇਣ ਕਾ ਤਾ ਹਮਾਰੇ ਪਾਸ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ, ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਵੱਡੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੀ ਮਹਾਨ ਸ਼ਹਾਦਤ, ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਨਗਰ ਖੱਬੇ ਰਾਜਪੂਤਾਂ ਦੀਆਂ ਸਾਰੀਆਂ ਹੀ ਸੰਗਤਾਂ ਦਾ ਮਹਾਨ ਉਦਮ ਉਪਰਾਲਾ ਹੈ ਜੋ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ, ਉਪਰੰਤ ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰ ਗਏ ਪਤ ਸਿਉ ਜਾਏ। ਕੀਰਤਨ ਦੁਆਰਾ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸੋ ਆਓ ਜਿਤਨਾ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਪਾਂ ਸਾਰੇ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਿਸਰ ਨਾਹੀ ਦਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਜਿਹੜੇ ਗੁਰਸਿੱਖ ਗੁਰੂ ਦੇ ਪਿਆਰੇ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਕਰਨ ਵਾਲੇ ਆ, ਪ੍ਰੇਮ ਕਰਨ ਵਾਲੇ ਆ, ਉਹ ਦਿਨ ਰਾਤ ਮਹਾਰਾਜ ਜੀਆਂ ਦੇ ਚਰਨਾਂ ਚੋਂ ਇੱਕੋ ਖੈਰ ਮੰਗਦੇ ਆ। ਮਹਾਰਾਜ
ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦਿਓ। ਮਹਾਰਾਜ ਮੈਨੂੰ ਆਪਣੇ ਗੁਣਾਂ ਦੀ ਦਾਤ ਬਖਸ਼ ਦਿਓ। ਸੱਚੇ ਪਾਤਸ਼ਾਹ ਮੈਨੂੰ ਆਪਣੀ ਸਿਫਤ ਤੇ ਸਲਾਹ ਬਖਸ਼ ਦਿਓ। ਜਦੋਂ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਆ ਐਸੀਆਂ ਸਤ ਸੰਗ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਕਰਦੇ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਆ, ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਭਾਉ ਭਗਤ ਗੁਰਪੁਰਬ ਕਰੰਦੇ। ਉਹ ਫਿਰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਭੱਜ ਭੱਜ ਕੇ ਸੇਵਾ ਕਰਦੇ ਆ, ਭੱਜ ਭੱਜ ਕੇ ਸੰਗਤ ਕਰਦੇ ਆ। ਉਹਨਾਂ ਨੂੰ ਚਾਅ ਚੜ ਜਾਂਦਾ ਹੈ ਵੀ 2 ਘੜੀਆਂ ਮਾਲਕ ਦੀ ਯਾਦ ਵਿੱਚ ਬੈਠਾਂਗੇ, 2 ਘੜੀਆਂ ਮਾਲਕ ਦੀ ਸੰਗਤ ਕਰਾਂਗੇ, 2 ਘੜੀਆਂ ਮਾਲਕ ਦੇ ਗੁਣ ਗਾਵਾਂਗੇ, ਮਾਲਕ ਦੀ ਸਿਫਤ ਸਲਾਹ ਕਰਾਂਗੇ। ਜਿੱਥੇ ਗੁਰੂ ਘਰ ਦੇ ਪ੍ਰੇਮੀਆਂ ਨੇ, ਗੁਰਸਿੱਖਾਂ ਨੇ ਸੇਵਾ ਤੇ ਸਿਮਰਨ ਦੀਆਂ ਦਾਤਾਂ ਮੰਗੀਆਂ, ਨਾਲ ਉਹਨਾਂ ਨੇ ਚਾਅ ਵੀ ਮੰਗਿਆ। ਮਹਾਰਾਜ ਜਦੋਂ ਸਮਾਂ ਮਿਲੇ ਸੰਗਤ ਕਰਨ ਦਾ ਤੇ ਮੈਨੂੰ ਚਾਅ ਚੜ ਜੇ, ਫਿਰ ਚਾਅ ਨਾਲ ਸੰਗਤ ਕਰਾਂ। ਮਹਾਰਾਜ ਜਦੋਂ ਸਮਾਂ ਮਿਲੇ ਭਜਨ ਕਰਨ ਦਾ ਤੇ ਮੈਨੂੰ ਚਾਅ ਚੜ ਜਾਏ, ਕਿਉਂਕਿ ਜਿੰਨਾ ਚਿਰ ਚਾਅ ਪੈਦਾ ਨਹੀਂ ਨਾ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਜਿਵੇਂ ਆਪਾਂ ਫਾਰਮੈਲਿਟੀ ਪੂਰੀ ਕਰਦੇ ਆਂ, ਫਿਰ ਤੇ ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ, ਉਹ ਫਿਰ ਕਿਸੇ ਥਾਂ ਨਹੀਂ ਪੈਂਦੀ ਗੱਲ। ਪਰ ਜੇ ਭਾਵਨਾ ਹੋਵੇ, ਸ਼ਰਧਾ ਹੋਵੇ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਜਿਹੜਾ ਭਾਵਨਾ ਨਾਲ ਸੁਣੇਗਾ, ਭਾਵਨਾ ਨਾਲ ਗਾਏਗਾ, ਭਾਵਨਾ ਨਾਲ ਬਾਣੀ ਪੜ੍ਹੇਗਾ, ਸੁਣੇਗਾ, ਉਹ ਫਿਰ ਘਾਲੀ ਹੋਈ ਘਾਲਣਾ ਬਿਰਥੀ ਨਹੀਂ ਜਾਏਗੀ। ਜਿਹੜਾ ਸਮਾਂ ਤੂੰ ਗੁਰੂ ਦੀ ਯਾਦ ਵਿੱਚ ਚਾਅ ਦੇ ਨਾਲ ਬਤੀਤ ਕਰੇਗਾ, ਗੁਰੂ ਸਾਹਿਬ ਆਖਰਕਾਰ ਕਿਰਪਾ ਕਰਨਗੇ ਹੀ ਕਰਨਗੇ। ਆਖਰਕਾਰ ਤੇਰਾ ਭਲਾ ਹੋਏਗਾ ਹੀ ਹੋਏਗਾ। ਇਸ ਕਰਕੇ ਜਿੱਥੇ ਆਪਾਂ ਸੇਵਾ ਤੇ ਸਿਮਰਨ ਦੀਆਂ ਦਾਤਾਂ ਮੰਗਦੇ ਆਂ, ਨਾਲ ਗੁਰੂ ਸਾਹਿਬ ਜੀ ਤੋਂ ਚਾਅ ਵੀ ਮੰਗਣਾ। ਮਹਾਰਾਜ ਸਮਾਂ ਮਿਲੇ ਤੇ ਚਾਅ ਚੜ ਜਾਏ। ਤੇ ਜਦੋਂ ਫਿਰ ਗੁਰੂ ਘਰ ਦੇ ਪ੍ਰੇਮੀਆਂ ਨੂੰ ਸਤਿਗੁਰੂ ਕਿਰਪਾ ਕਰਦੇ ਨੇ, ਸਮਾਂ ਬਖਸ਼ਦੇ ਨੇ, ਫਿਰ ਉਹਨਾਂ ਨੂੰ ਚਾਅ ਚੜ ਜਾਂਦਾ, ਚਾਅ ਨਾਲ ਸੇਵਾ ਕਰਦੇ ਆ। ਚਾਅ ਚੜ ਜਾਂਦਾ ਸੰਗਤ ਕਰਨ ਦਾ, ਚਾਅ ਨਾਲ ਸੰਗਤ ਕਰਦੇ ਆ। ਚਾਅ ਚੜ ਜਾਂਦਾ ਭਜਨ ਕਰਨ ਦਾ, ਚਾਅ ਨਾਲ ਭਜਨ ਕਰਦੇ ਆ। ਇਸੇ ਤਰ੍ਹਾਂ ਪਿਆਰਿਓ, ਜਿਹੜੇ ਦੇਸ਼ ਪ੍ਰੇਮੀ ਹੁੰਦੇ ਆ ਨਾ, ਜਦੋਂ ਫਿਰ ਕਿਤੇ ਸਮਾਂ ਬਣ ਜਾਂਦਾ ਉਹਨਾਂ ਨੂੰ ਦੇਸ਼ ਕੌਮ ਤੋਂ ਕੁਰਬਾਨ ਹੋਣ ਦਾ, ਉਹ ਫਿਰ ਸੋਚਦੇ ਵਿਚਾਰਦੇ ਨਹੀਂ। ਧਰਮ ਦੇ ਲੇਖੇ ਜ਼ਿੰਦਗੀ ਲਾਉਣ ਦਾ ਸਮਾਂ ਮਿਲ ਜਾਂਦਾ ਹੈ, ਉਹ ਫਿਰ ਸੋਚਦੇ ਵਿਚਾਰਦੇ ਨਹੀਂ, ਚਾਅ ਨਾਲ ਹੀ ਜਾਨਾਂ ਵਾਰ ਦਿੰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਦਿਆਲ ਸਿੰਘ ਜੀ ਜਦੋਂ ਮਹਾਰਾਜ ਅੰਮ੍ਰਿਤ ਸੰਚਾਰ ਕਰਨ ਲੱਗੇ, 5 ਪਿਆਰੇ ਸਾਜਣੇ ਨੇ, ਸਟੇਜ ਤੇ ਮਹਾਰਾਜ ਨੇ ਆਵਾਜ਼ ਮਾਰੀ, ਖਾਲਸਾ ਪੰਥ ਦੀ ਸਿਰਜਣਾ ਕਰਨੀ ਹੈ ਭਾਈ। ਇਹ ਪੰਥ ਚਲਾਉਣ ਵਾਸਤੇ ਸਾਨੂੰ ਇੱਕ ਸੀਸ ਦੀ ਲੋੜ ਹੈ। ਸਭ ਤੋਂ ਪਹਿਲਾਂ ਆਏ ਭਾਈ ਦਇਆ ਰਾਮ ਜੀ। ਜਦੋਂ ਭਾਈ ਦਇਆ ਰਾਮ ਜੀ ਆਏ, ਆ ਕੇ ਨਮਸਕਾਰ ਕੀਤੀ, ਮਹਾਰਾਜ ਪੁੱਛਦੇ ਨੇ, ਭਾਈ ਕਿੱਥੋਂ ਆਏ ਹੋ? ਮਹਾਰਾਜ ਮੈਂ ਲਾਹੌਰ ਤੋਂ ਆਇਆ।
ਕੀ ਨਾਂ ਹੈ ਭਾਈ ਤੇਰਾ? ਮਹਾਰਾਜ ਮੇਰਾ ਨਾਂ ਦਇਆ ਰਾਮ ਹੈ। ਸਤਿਗੁਰੂ ਕਹਿੰਦੇ, ਸਤਿਗੁਰੂ ਤੇਰੀਆਂ ਤੂੰ ਹੀ ਜਾਣਦਾ, ਆਪੇ ਹਰ ਇੱਕ ਰੰਗ ਹੈ। ਆਪੇ ਬਹੁ ਰੰਗੀ ਜੋ ਤਿਸ ਭਾਵੈ, ਨਾਨਕਾ ਸਾਈ ਗੱਲ ਚੰਗੀ। ਉਹ ਲਾਹੌਰ ਦੀ ਧਰਤੀ ਜਿਸ ਦੇ ਬਾਰੇ ਮਹਾਰਾਜ ਨੇ ਬਚਨ ਕੀਤੇ ਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ, ਜਿੱਥੇ ਐਡਾ ਐਡਾ ਅਤਿਆਚਾਰ ਹੋਇਆ, ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੇਗ ਵਿੱਚ ਉਬਾਲਿਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ, ਸੀਸ ਵਿੱਚ ਤੱਤਾ ਰੇਤਾ ਪਾਇਆ ਗਿਆ। ਜਿਸ ਲਾਹੌਰ ਦੀ ਧਰਤੀ ਤੇ ਐਡਾ ਨਿਰਦਈਪੁਣਾ ਹੋਇਆ, ਤੇ ਦਇਆ ਹੁਣ ਉੱਥੋਂ ਚੱਲ ਕੇ ਆਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਲਾਹੌਰ ਦੀ ਧਰਤੀ ਤੇ ਐਡਾ ਨਿਰਦਈਪੁਣਾ ਹੋਇਆ, ਦਇਆ ਉੱਥੋਂ ਚੱਲ ਕੇ ਆਈ ਹੈ। ਮਹਾਰਾਜ ਕਿਰਪਾ ਕਰੋ, ਆਪਣਾ ਬਣਾ ਲਓ। ਦਇਆ ਰਾਮਾ, ਮੈਂ ਮਜ਼ਾਕ ਨਹੀਂ ਕਰਦਾ, ਮੈਂ ਸੱਚਮੁੱਚ ਤੇਰਾ ਸੀਸ ਧੜ ਤੋਂ ਜੁਦਾ ਕਰਨਾ ਹੈ, ਤੇਰਾ ਸੀਸ ਵੱਢਣਾ ਹੈ। ਅਜੇ ਵੀ ਸਮਾਂ ਹੈ, ਤੂੰ ਸੋਚ ਲੈ, ਵਿਚਾਰ ਲੈ। ਤੇ ਭਾਈ ਦਇਆ ਰਾਮ ਜੀ ਨੇ ਉੱਥੇ ਇੱਕੋ ਬਚਨ ਕਿਹਾ ਸੀ, ਸੱਚੇ ਪਾਤਸ਼ਾਹ ਸੋਚਾਂ ਤਾਂ ਮੈਂ ਤਾਂ, ਜੇ ਇਹ ਸੀਸ ਮੇਰਾ ਹੋਵੇ। ਮੈਂ ਤਾਂ ਵਿਚਾਰ ਕਰਾਂ, ਮੈਂ ਤਾਂ ਸੋਚਾਂ, ਜੇ ਇਹ ਸੀਸ ਤੇਰਾ ਮੇਰਾ ਹੋਵੇ ਗਰੀਬ ਨਵਾਜ, ਮੈਂ ਵੀ ਤੁਹਾਡਾ ਹਾਂ ਤੇ ਮੇਰਾ ਸੀਸ ਵੀ ਤੁਹਾਡਾ ਹੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿਰ ਵਦਾਸ ਆਸ ਲਗ ਜੀਵੋਂ ਚਿਰ ਭਇਓ, ਦਰਸ਼ਨ ਦੇਖੇ ਦਰਸ਼ਨ ਦੇਖੇ। ਇਦਾਂ ਫਿਰ ਜਿਹੜੇ ਸਤਿਗੁਰੂ ਜੀ ਦੇ ਨਾਲ ਪਿਆਰ ਕਰਨ ਵਾਲੇ ਨੇ, ਗੁਰਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਨੇ, ਦੇਸ਼ ਕੌਮ ਦੇ ਨਾਲ ਪਿਆਰ ਕਰਨ ਵਾਲੇ ਨੇ, ਜਦੋਂ ਉਹਨਾਂ ਨੂੰ ਸਮਾਂ ਮਿਲਦਾ ਹੈ ਨਾ ਭਾਈ, ਸਮਾਂ ਬਣ ਜਾਂਦਾ ਹੈ, ਫਿਰ ਉਹ ਸੋਚਦੇ ਵਿਚਾਰਦੇ ਨਹੀਂ, ਚਾਅ ਦੇ ਨਾਲ ਹੀ ਜ਼ਿੰਦਗੀਆਂ ਦੇਸ਼ ਕੌਮ ਤੋਂ ਕੁਰਬਾਨ ਕਰ ਦਿੰਦੇ ਆ। ਨਾਲੇ ਤੇ ਜ਼ਿੰਦੜੀ ਕੁਰਬਾਨ ਕਰਦੇ ਆ, ਨਾਲੇ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ, ਸੱਚੇ ਪਾਤਸ਼ਾਹ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ। ਹਾਂ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲਿਖੇ, 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 ਜਨਮ ਤੁਮਾਰੇ ਲਿਖੇ,
जन्म तुम्हारे लिखे, 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 लेखे विच लालो जी, जन्म तुम्हारे लिखे, लेखे विच लालो जी, जन्म तुम्हारे लिखे, विच लालो जी, जन्म तुम्हारे लिखे, लेखे विच लालो जी, जन्म तुम्हारे लिखे, लेखे विच लालो जी, जन्म तुम्हारे लिखे, लेखे विच लालो जी, जन्म तुम्हारे लेके। बहुत जन्म बिछड़े थे मारोए, जन्म तुम्हारे लेके, रविदास आस लग जीवों चिर भयो दर्शन देखे। बहुत जन्म बिछड़े थे माधो, ये जन्म तुम्हारे लेखे, ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਮਾਲਕ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਨੇ, ਐਸਾ ਦੇਸ਼ ਕੌਮ ਦੇ ਨਾਲ ਪਿਆਰ ਕਰਨ ਵਾਲੇ ਨੇ, ਐਸਾ ਧਰਮ ਦੇ ਨਾਲ ਪਿਆਰ ਕਰਨ ਵਾਲੇ ਨੇ, ਐਸਾ ਖਾਲਸੇ ਦੇ ਨਾਲ ਪਿਆਰ ਕਰਨ ਵਾਲੇ ਨੇ, ਸਾਧ ਸੰਗਤ ਦੀ ਸਭ ਕੁਝ ਹੀ ਧਰਮ ਦੇ ਲੇਖੇ ਲਾ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਕੁਝ ਹੀ ਧਰਮ ਦੇ ਲੇਖੇ ਲਾ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦੀਆਂ ਪਾ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਦਿੱਤੇ ਗਏ। ਧੰਨ ਮੇਰੇ ਬਾਜਾਂ ਵਾਲੇ ਪਾਤਸ਼ਾਹ ਜੀ, ਉਹ ਕਹਿੰਦੇ ਢਹਿੰਦੇ ਦੇਸ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ ਤੋਂ ਵਾਰਿਆ ਮੈਂ। ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। 4 ਪੁੱਤ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮਤ ਸਹਿਨਸਾ ਤੁਸੀਂ ਮੈਨੂੰ ਕਹੋ ਸਿੰਘੋ, ਇੰਨਾ ਕੁਝ ਕਰਕੇ ਵੀ, ਸਭ ਕੁਝ ਵਾਰ ਕੇ ਵੀ, ਮਤ ਸਹਿਨਸਾ ਤੁਸੀਂ ਮੈਨੂੰ ਕਹੋ ਸਿੰਘੋ, ਕਿਸ਼ਤਾਂ ਨਾਲ ਤੇ ਕਰਜ਼ ਉਤਾਰਿਆ ਮੈਂ। ਜਿਹੜੇ ਪਰਿਵਾਰ ਦੇ ਨਾਲ, ਜਿਹੜੇ ਪੁੱਤਰਾਂ ਦੇ ਨਾਲ ਸਤਿਗੁਰੂ ਜੀ ਇੰਨਾ ਪਿਆਰ ਕਰਦੇ ਸਨ, ਇੰਨਾ ਲਾਡ ਕਰਦੇ ਸਨ, ਉਹਨਾਂ ਨੂੰ ਆਪ ਜੰਗ ਦੇ ਮੈਦਾਨ ਵਿੱਚ ਤੋਰਦੇ ਆ। ਆਓ ਪੁੱਤਰੋ ਮੈਂ ਸਿਹਰੇ ਬੰਨਾ, ਡੋਲੀ ਮੌਤ ਦੀ ਤੁਸੀਂ ਵਿਆਹਵੋ। ਮਹਿੰਦੀ ਖੂਨ ਦੀ ਹੱਥਾਂ ਤੇ ਲਾ ਕੇ ਵਾਰੋ ਵਾਰੀ ਜੰਗ ਵਿੱਚ ਜਾਵੋ। ਅੱਜ ਬੱਚਿਓ ਪਈ ਮੌਤ ਬੁਲਾਵੇ, ਜਾ ਕੇ ਉਸ ਦੀ ਪਿਆਸ ਬੁਝਾਵੋ। ਫਿਰ ਕਹਿੰਦੇ ਆ ਜਿਉਂਦੇ ਜੀ ਨਹੀਂ ਪਰਤ ਕੇ ਆਉਣਾ। ਧੰਨ ਮੇਰੇ ਬਾਜਾਂ ਵਾਲੇ ਪਾਤਸ਼ਾਹ। ਆਪਾਂ ਵੀ ਬੱਚਿਆਂ ਵਾਲੇ ਆ, ਬਾਹਰ ਕਿਤੇ ਮਾਹੌਲ ਖਰਾਬ ਹੋ ਜਾਵੇ ਤੇ ਆਪਣੇ ਬੱਚਿਆਂ ਨੂੰ ਫੜ ਫੜ ਕੇ ਅੰਦਰ ਤਾੜੀਦਾ। ਬੇਟਾ ਬਾਹਰ ਨਹੀਂ ਜਾਣਾ, ਬੇਟਾ ਬਾਹਰ ਨਹੀਂ ਨਿਕਲਣਾ,
ਬਾਹਰ ਮਾਹੌਲ ਖਰਾਬ ਹੈ। ਆਪਣੇ ਬੱਚਿਆਂ ਨੂੰ ਫੜ ਫੜ ਕੇ ਅੰਦਰ ਤਾੜੀ ਦਾ ਮਾਹੌਲ ਖਰਾਬ ਹੈ, ਪਰ ਧੰਨ ਬਾਜਾਂ ਵਾਲੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਉੱਪਰ ਖਲੋ ਕੇ ਸਾਰਾ ਨਜ਼ਾਰਾ ਵੇਖ ਰਹੇ ਨੇ ਵੀ ਘਸਮਾਨ ਦਾ ਜੰਗ ਹੋ ਰਿਹਾ, ਘਸਮਾਨ ਦਾ ਜੰਗ। ਤੇ ਇਹੋ ਜੇ ਭਿਆਨਕ ਜੰਗ ਦੇ ਵਿੱਚ ਜਿੱਥੋਂ ਜਿਉਂਦੇ ਵਾਪਸ ਮੁੜ ਕੇ ਆਉਣ ਦੀ 1% ਵੀ ਪ੍ਰਤੀਤ ਹੀ ਹੈ ਨਹੀਂ। ਜਦੋਂ ਬਾਬਾ ਅਜੀਤ ਸਿੰਘ ਜੀਆਂ ਨੇ ਆ ਕੇ ਆਗਿਆ ਮੰਗੀ, ਮਹਾਰਾਜ ਪਿਤਾ ਜੀ ਆਗਿਆ ਦਿਓ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ, ਬੈਰੀਆਂ ਦੇ ਨਾਲ 2 ਹੱਥ ਕਰਨੇ ਆ, ਮੈਂ ਵੀ ਦੇਸ਼ ਕੌਮ ਤੋਂ ਆਪਾ ਕੁਰਬਾਨ ਕਰਨਾ। ਤੇ ਮਹਾਰਾਜ ਨੇ ਰੋਕਿਆ ਨਹੀਂ ਵੀ ਕੋਈ ਨਾ, ਸਿੰਘ ਹੈਗੇ ਆਪੇ ਲੜਨਗੇ, ਤੈਨੂੰ ਕੀ ਲੋੜ ਹੈ ਜਾਣ ਦੀ। ਇਹ ਆਖਿਆ ਅਜੀਤ ਸਿਉ ਮੈਂ ਖੁਸ਼ ਹਾਂ, ਤੂੰ ਆਪ ਆ ਕੇ ਆਗਿਆ ਮੰਗੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਖੁਸ਼ ਹਾਂ, ਤੂੰ ਆਪ ਆ ਕੇ ਆਗਿਆ ਮੰਗੀ ਹੈ। ਬਾਬਾ ਅਜੀਤ ਸਿੰਘ ਜੀ ਨੂੰ ਵੀ ਤੋਰਿਆ, ਬਾਬਾ ਜੁਝਾਰ ਸਿੰਘ ਜੀਆਂ ਨੂੰ ਵੀ ਤੋਰਿਆ। ਤ੍ਰੇਤੇ ਯੁੱਗ ਦਾ ਇਤਿਹਾਸ ਪੜ੍ਹ ਕੇ ਵੇਖਿਓ, ਭਗਵਾਨ ਰਾਮਚੰਦਰ ਜੀ ਨੂੰ ਜਦੋਂ ਉਹਨਾਂ ਦੇ ਪਿਤਾ ਰਾਜੇ ਯੁਧਿਸ਼ਟਰ ਨੇ, ਦਸ਼ਰਥ ਨੇ 14 ਸਾਲਾਂ ਦਾ ਬਨਵਾਸ ਦਿੱਤਾ। 14 ਸਾਲਾਂ ਦਾ ਬਨਵਾਸ ਦੇ ਦਿੱਤਾ। ਭਗਵਾਨ ਰਾਮਚੰਦਰ ਜੀ, ਮਾਤਾ ਸੀਤਾ ਜੀ ਤੇ ਲక్ష్మణ ਜੀ ਤੁਰ ਪਏ, ਤੁਰੇ ਜਾਂਦੇ ਨੇ। ਕਹਿੰਦੇ ਜਦੋਂ ਤੁਰੇ ਜਾਂਦੇ ਤੇ ਰਾਜਾ ਦਸ਼ਰਥ ਆਪਣੇ ਮਹਿਲਾਂ ਤੇ ਖਲੋ ਕੇ ਵੇਖਣ ਲੱਗ ਗਿਆ ਜਾਂਦਿਆਂ ਨੂੰ। ਜਿੰਨਾ ਚਿਰ ਦਿਖਦੇ ਰਹੇ ਉਹਨਾਂ ਚਿਰ ਦੇਖਦਾ ਰਿਹਾ, ਤੇ ਜਦੋਂ ਜਾਂਦੇ ਜਾਂਦੇ ਅੱਖਾਂ ਤੋਂ ਓਲੇ ਹੋ ਗਏ, ਪੁੱਤਰਾਂ ਦਾ ਵਿਛੋੜਾ ਝੱਲ ਨਹੀਂ ਸਕਿਆ। ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਸਾਧ ਸੰਗਤ ਆਪਣੇ ਪ੍ਰਾਣ ਪੰਖੇਰੂ ਕਰ ਲਏ, ਸਰੀਰ ਤਿਆਗ ਦਿੱਤਾ। ਨਾਲੇ ਜਾਣਦਾ ਸੀ ਵੀ 14 ਸਾਲਾਂ ਬਾਅਦ ਇਹਨਾਂ ਨੇ ਵਾਪਸ ਮੋੜੀ ਆਉਣਾ। 14 ਸਾਲਾਂ ਦਾ ਵਿਛੋੜਾ ਵੀ ਆਪਣੇ ਪੁੱਤਰਾਂ ਦਾ ਝੱਲ ਨਹੀਂ ਸਕਿਆ। ਤੇ ਧੰਨ ਮੇਰੇ ਬਾਜਾਂ ਵਾਲੇ ਪਾਤਸ਼ਾਹ ਇਹ ਜਾਣਦੇ ਸੀ ਵੀ ਜਿੱਥੇ ਅੱਜ ਮੈਂ ਆਪਣੇ ਪੁੱਤਰਾਂ ਨੂੰ ਤੋਰ ਰਿਹਾ, ਇਹਨਾਂ ਨੇ ਜਾਣਾ ਜ਼ਰੂਰ ਹੈ ਪਰ ਮੁੜ ਕੇ ਵਾਪਸ ਨਹੀਂ ਆਉਣਾ। ਫਿਰ ਵੀ ਕੀ ਕਹਿ ਰਹੇ ਆ? ਕਹਿੰਦੇ ਆਓ ਪੁੱਤਰੋ ਮੈਂ ਸਿਹਰੇ ਬੰਨਾ, ਡੋਲੀ ਮੌਤ ਦੀ ਤੁਸੀਂ ਵਿਆਹਵੋ, ਮਹਿੰਦੀ ਖੂਨ ਦੀ ਹੱਥਾਂ ਤੇ ਲਾ ਕੇ ਵਾਰੋ ਵਾਰੀ ਜੰਗ ਵਿੱਚ ਜਾਵੋ। ਅੱਜ ਬੱਚਿਓ ਭਈ ਮੌਤ ਬੁਲਾਵੇ, ਜਾ ਕੇ ਉਸ ਦੀ ਪਿਆਸ ਬੁਝਾਵੋ। ਨਾਲ ਕਹਿੰਦੇ ਜਿਉਂਦੇ ਜੀ ਨਹੀਂ ਪਰਤ ਕੇ ਆਉਣਾ, ਵੀ ਜਾਣਾ ਤੁਸੀਂ ਪਰ ਜਿਉਂਦੇ ਨਾ ਕਿਤੇ ਮੁੜ ਕੇ ਆ ਜਿਓ। ਜਿਉਂਦੇ ਜੀ ਨਹੀਂ ਪਰਤ ਕੇ ਆਉਣਾ। ਕਿਹਾ ਪਿਤਾ ਨੇ ਜਾਂਦੀ ਵਾਰ, ਇੱਕ ਸੀ ਅਜੀਤ ਇੱਕ ਸੀ ਜੁਝਾਰ। ਇਹ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਡਾ ਵੱਡਾ ਜਿਗਰਾ ਰੱਖਦੇ ਆ। ਬੜੇ ਦੇਖੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਮੈਂ ਸੰਸਾਰ ਦਾ ਦਿਲ, ਦੇਖੇ ਦਿਲ ਮੈਂ ਸੰਤ ਮਹਾਤਮਾ ਦੇ, ਬਲੀ ਕੌਂਸ ਤੇ ਬਲੀ ਬਲਕਾਰ ਦਾ ਦਿਲ, ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਡਿੱਠਾ ਕਲਗੀ ਧਰ ਅਵਤਾਰ ਦਾ ਦਿਲ, ਅਵਤਾਰ ਦਾ ਦਿਲ। ਇਹ ਤੇ ਵਾਜਾਂ ਵਾਲੇ ਪਾਤਸ਼ਾਹ, ਹੋਰ ਨਹੀਂ ਕੋਈ ਭਾਈ ਏਡਾ ਜਿਗਰਾ ਕਰ ਸਕਦਾ। ਉਹ ਕਿਹੜਾ ਵਾਰ ਦੂ ਜਿਗਰ ਦੇ ਟੋਟੇ, ਵਾਜਾਂ ਵਾਲੇ ਗੁਰਾਂ ਤੋਂ ਬਿਨਾ, ਕਿਹੜਾ ਵਾਰ ਦੂ ਜਿਗਰ ਦੇ ਟੋਟੇ, ਵਾਜਾਂ ਵਾਲੇ ਗੁਰਾਂ ਤੋਂ ਬਿਨਾ, ਜਿਗਰ
ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਬਾਰ ਦੂਜ ਗਰ ਦੇ ਟੁੱਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਜਿਗਰ ਦੇ ਟੋਟੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਉਹ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੁੱਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੁੱਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਪਿਆਰੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਪਿਆਰੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਪਿਆਰੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਪਿਆਰੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਪਿਆਰੇ ਜੀ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਜੀ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਉਹ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾ ਵੈ ਪ੍ਰਗਟਿਓ ਮਰਦ ਗੰਮੜਾ ਭਰਿਆ ਮੰਗੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਹੜੀ ਚੀਜ਼ ਦੇ ਨਾਲ ਸਾਡਾ ਪਿਆਰ ਘੱਟ ਹੁੰਦਾ ਹੈ, ਸਾਡਾ ਮੋਹ ਘੱਟ ਹੁੰਦਾ ਹੈ, ਉਹ ਚੀਜ਼ ਤੇ ਵਾਰਨੀ ਸੌਖੀ ਹੁੰਦੀ ਹੈ, ਕੁਰਬਾਨ ਕਰਨੀ ਸੌਖੀ ਹੁੰਦੀ ਹੈ। ਉਹਦੇ ਦੂਰ ਜਾਣ ਦਾ ਇੰਨਾ ਦੁੱਖ ਨਹੀਂ ਹੁੰਦਾ, ਉਹਦੇ ਵਿਛੋੜੇ ਦਾ ਇੰਨਾ ਦਰਦ ਨਹੀਂ ਹੁੰਦਾ। ਤੇ ਜਿਸ ਚੀਜ਼ ਦੇ ਨਾਲ ਸਾਡਾ ਪਿਆਰ ਅੰਤਾਂ ਦਾ ਹੋਵੇ ਭਾਈ, ਜਿਸ ਚੀਜ਼ ਦੇ ਨਾਲ ਸਾਡਾ ਮੋਹ ਅੰਤਾਂ ਦਾ ਹੋਵੇ, ਉਹਦਾ ਵਿਛੋੜਾ ਝੱਲਣਾ, ਉਹਦਾ ਦਰਦ ਸਹਿਣਾ, ਇਹ ਤੇ ਵਾਜਾਂ ਵਾਲੇ ਪਾਤਸ਼ਾਹ ਹੀ ਕਰ ਸਕਦੇ ਸੀ। ਇਹ ਤੇ ਮਹਾਰਾਜ ਹੀ ਕਰ ਸਕਦੇ ਸੀ। ਬਹੁਤ ਪਿਆਰ ਕਰਦੇ ਸੀ ਗੁਰੂ ਸਾਹਿਬ ਆਪਣੇ ਪੁੱਤਰਾਂ ਦੇ ਨਾਲ। ਕਹਿੰਦੇ ਇੱਕ ਵਾਰ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਸਾਹਿਬਜ਼ਾਦੇ ਸਤਿਗੁਰੂ ਜੀ ਦੇ ਕੋਲ ਨੇ। ਵੱਡੇ ਸਾਹਿਬਜ਼ਾਦੇ ਮਹਾਰਾਜ ਦੇ ਕੋਲ ਖੜੇ ਆ ਤੇ ਛੋਟੇ ਮਹਾਰਾਜ ਦੀ ਗੋਦੀ ਵਿੱਚ ਬੈਠੇ ਆ। ਇਹ ਸਰੂਪ ਆਪਾਂ ਕਈ ਵਾਰ ਲੱਗਾ ਵੇਖਿਆ ਵੀ ਹੈ ਵੀ ਵੱਡੇ ਸਾਹਿਬਜ਼ਾਦੇ ਮਹਾਰਾਜ ਦੇ ਸੱਜੇ ਖੱਬੇ ਖੜੇ ਆ, ਛੋਟੇ ਮਹਾਰਾਜ ਦੀ ਗੋਦੀ ਵਿੱਚ ਬੈਠੇ ਆ। ਮਹਾਰਾਜ ਚੌਹੇ ਸਾਹਿਬਜ਼ਾਦਿਆਂ ਦੇ ਨਾਲ ਪਿਆਰ ਕਰ ਰਹੇ ਆ, ਲਾਡ ਕਰ ਰਹੇ ਆ, ਮੋਹ ਕਰ ਰਹੇ ਆ।
ਕਹਿੰਦੇ ਇੱਕ ਫਕੀਰ ਆ ਗਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਜਦੋਂ ਉਹ ਫਕੀਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਮਹਾਰਾਜ ਨੂੰ ਵੇਖਿਆ ਆਪਣੇ ਬੱਚਿਆਂ ਦੇ ਨਾਲ, ਪੁੱਤਰਾਂ ਦੇ ਨਾਲ ਮੋਹ ਪਿਆਰ ਕਰਦਿਆਂ, ਲਾਡ ਲਡਾਉਂਦਿਆਂ। ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਆਓ ਸਾਈਂ ਜੀ, ਕਿਵੇਂ ਆਉਣੇ ਹੋਏ? ਮਹਾਰਾਜ ਤੁਹਾਡੇ ਦਰਸ਼ਨਾਂ ਵਾਸਤੇ ਆਇਆ, ਪਰ ਤੁਹਾਡੇ ਦਰਸ਼ਨ ਕਰਕੇ, ਤੁਹਾਨੂੰ ਆਪਣੇ ਪੁੱਤਰਾਂ ਦੇ ਨਾਲ ਪਿਆਰ ਕਰਦਿਆਂ ਤੱਕ ਕੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਸਵਾਲ ਕੀ ਪੈਦਾ ਹੋ ਗਿਆ? ਸੱਚੇ ਪਾਤਸ਼ਾਹ ਸਵਾਲ ਇਹ ਪੈਦਾ ਹੋ ਗਿਆ ਵੀ ਜਿਹੜਾ ਗੁਰੂ ਨਾਨਕ ਦਾ ਘਰ ਹੈ ਇਹ ਤਿਆਗੀ ਹੈ, ਇਹ ਵੈਰਾਗੀ ਹੈ। ਗੁਰੂ ਨਾਨਕ ਦਾ ਘਰ ਕਹਿੰਦਾ ਹੈ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਵੀ ਜਿਹੜਾ ਇਹ ਮੋਹ ਮਾਇਆ ਦੇ ਚੱਕਰਾਂ ਵਿੱਚ ਫਸ ਜਾਂਦਾ, ਉਹ ਸੰਸਾਰ ਦੇ ਵਿੱਚ ਡੁੱਬ ਜਾਂਦਾ, ਪਾਰ ਨਹੀਂ ਹੋ ਸਕਦਾ। ਨਾਲੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਪ ਇਹ ਸਿੱਖਿਆ ਦਿੰਦੇ ਆ। ਵਿੱਚੋਂ ਬਚਨ ਯਾਦ ਆ ਗਿਆ ਮੈਨੂੰ, ਕਹਿੰਦੇ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਸੰਗਤ ਜੁੜ ਬੈਠੀ ਹੈ। ਜਦੋਂ ਮਹਾਰਾਜ ਆ ਕੇ ਆਸਣਾ ਤੇ ਬਿਰਾਜਮਾਨ ਹੋਏ, ਸੰਗਤ ਨੇ ਦਰਸ਼ਨ ਕੀਤੇ। ਸੰਗਤ ਕਹਿਣ ਲੱਗੀ, ਮਹਾਰਾਜ ਕਿਰਪਾ ਕਰੋ, ਕੋਈ ਗੁਰਮਤਿ ਦੀ ਸੋਝੀ ਦੇ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਗੁਰਮਤਿ ਦੀ ਸੋਝੀ ਲੈਣੀ ਹੈ? ਹਾਂ ਮਹਾਰਾਜ, ਕੋਈ ਗੁਰਮਤਿ ਦੀ ਸੋਝੀ ਬਖਸ਼ ਦਿਓ। ਮਹਾਰਾਜ ਕਹਿੰਦੇ ਚੰਗਾ, ਪਾਣੀ ਦੀ ਬਾਲਟੀ ਭਰ ਕੇ ਲਿਆਓ। ਪਾਣੀ ਦੀ ਬਾਲਟੀ ਭਰ ਕੇ ਲਿਆਂਦੀ, ਮਹਾਰਾਜ ਦੇ ਕੋਲ ਰੱਖ ਦਿੱਤੀ। ਮਹਾਰਾਜ ਦੇ ਹੱਥ ਵਿੱਚ ਇੱਕ ਪੱਥਰ ਫੜਿਆ ਹੋਇਆ ਸੀ। ਜਿਸ ਹੱਥ ਦੇ ਵਿੱਚ ਪੱਥਰ ਫੜਿਆ ਹੋਇਆ ਸੀ, ਉਹ ਹੱਥ ਕਹਿੰਦੇ ਏਦਾਂ ਪਾਣੀ ਦੀ ਬਾਲਟੀ ਵਿੱਚ ਪਾ ਦਿੱਤਾ। ਥੋੜੇ ਚਿਰ ਬਾਅਦ ਪੱਥਰ ਛੱਡ ਦਿੱਤਾ, ਪੱਥਰ ਹੇਠਾਂ ਡੁੱਬ ਗਿਆ ਤੇ ਮਹਾਰਾਜ ਨੇ ਪਾਣੀ ਵਿੱਚੋਂ ਹੱਥ ਬਾਹਰ ਕੱਢ ਲਿਆ। ਸੰਗਤ ਨੂੰ ਕਹਿਣ ਲੱਗੇ, ਭਾਈ ਗੁਰੂ ਕੀ ਇਹ ਸੰਗਤੇ, ਆ ਜੋ ਕੁਝ ਅਸੀਂ ਕੀਤਾ ਤੁਸੀਂ ਵੇਖਿਆ? ਹਾਂ ਮਹਾਰਾਜ ਵੇਖਿਆ। ਕਹਿੰਦੇ ਦੱਸੋ ਫਿਰ, ਜਿਹੜਾ ਪੱਥਰ ਸੀ ਉਹ ਪਾਣੀ ਵਿੱਚ ਕਿਉਂ ਡੁੱਬ ਗਿਆ? ਕੁਝ ਕੁ ਸੰਗਤਾਂ ਬੋਲੀਆਂ, ਮਹਾਰਾਜ ਪੱਥਰ ਭਾਰੇ ਹੁੰਦੇ ਨੇ, ਪਾਣੀ ਵਿੱਚ ਡੁੱਬੀ ਜਾਇਆ ਕਰਦੇ ਆ। ਮਹਾਰਾਜ ਕਹਿੰਦੇ ਨਹੀਂ ਭਾਈ, ਕੋਈ ਹੋਰ ਦੱਸੋ, ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ? ਮਹਾਰਾਜ ਕਿਉਂ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ, ਪੱਥਰ ਭਾਰੇ ਹੁੰਦੇ ਆ, ਪਾਣੀ 'ਚ ਡੁੱਬੀ ਜਾਇਆ ਕਰਦੇ ਆ। ਸੱਚੇ ਪਾਤਸ਼ਾਹ ਨੇ ਨਜ਼ਰ ਮਾਰੀ, ਸਾਰੀ ਸੰਗਤ ਵੱਲ ਤੱਕਿਆ। ਤੱਕਦਿਆਂ ਤੱਕਦਿਆਂ ਮਹਾਰਾਜ ਵੇਖਦੇ ਆ, ਭਾਈ ਨੰਦ ਲਾਲ ਜੀ ਸਤਿਗੁਰੂ ਜੀ ਦੇ ਆਸਣ ਕੋਲ ਬੈਠੇ ਆ। ਨੇਤਰਾਂ ਦੇ ਵਿੱਚੋਂ ਵਿਰਾਗ ਦਾ ਜਲ ਵਹਿੰਦਾ। ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਜੀ ਤੁਸੀਂ ਜਵਾਬ ਦੇ ਸਕਦੇ ਹੋ ਵੀ ਜਿਹੜਾ ਪੱਥਰ ਸੀ ਇਹ ਪਾਣੀ 'ਚ ਕਿਉਂ ਡੁੱਬ ਗਿਆ? ਭਾਈ ਨੰਦ ਲਾਲ ਜੀ ਉੱਠ ਕੇ ਖੜੇ ਹੋਏ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਸਿਰ ਤੇ ਹੱਥ ਹੋਵੇ ਤੇ ਜਵਾਬ ਦੇ ਸਕਦਾ। ਮਹਾਰਾਜ ਕਹਿੰਦੇ ਦੱਸੋ ਫਿਰ ਕਿਉਂ ਡੁੱਬ ਗਿਆ? ਭਾਈ ਨੰਦ ਲਾਲ ਜੀ ਕਹਿਣ ਲੱਗੇ, ਮਹਾਰਾਜ ਇਹ ਪਾਣੀ ਦੀ ਬਾਲਟੀ ਤਾਂ ਕੀ, ਦੁਨੀਆ ਦਾ ਵੱਡੇ ਤੋਂ ਵੱਡਾ ਸਮੁੰਦਰ ਇਸ ਪੱਥਰ ਨੂੰ ਆਪਣੇ ਵਿੱਚ ਡੁਬੋ ਨਹੀਂ ਸੀ ਸਕਦਾ। ਇਹ ਪਾਣੀ ਦੀ ਬਾਲਟੀ ਤਾਂ ਕੀ, ਦੁਨੀਆ ਦਾ ਵੱਡੇ ਤੋਂ ਵੱਡਾ ਸਰੋਵਰ ਇਸ ਪੱਥਰ ਨੂੰ ਆਪਣੇ ਵਿੱਚ ਡੁਬੋ ਨਹੀਂ ਸੀ ਸਕਦਾ। ਮਹਾਰਾਜ ਇਹ ਡੁੱਬਿਆ ਤਾਂ ਇਹ ਤੁਹਾਡੇ ਮੁਬਾਰਕ ਹੱਥਾਂ ਚੋਂ ਦੂਰ ਹੋ ਗਿਆ। ਜੇ ਤੁਹਾਡੇ ਹੱਥਾਂ ਵਿੱਚ ਰਹਿੰਦਾ
ਤੇ ਇਹ ਡੁੱਬ ਨਹੀਂ ਸੀ ਸਕਦਾ, ਡੁੱਬ ਨਹੀਂ ਸੀ ਸਕਦਾ। ਮਹਾਰਾਜ ਕਹਿੰਦੇ ਜਵਾਬ ਤੇ ਸਹੀ ਹੈ, ਪਰ ਤੁਹਾਡੇ ਨੇਤਰਾਂ ਦੇ ਵਿੱਚੋਂ ਇੰਨਾ ਜਲ ਕਿਉਂ ਬਹਿੰਦਾ? ਵਿਰਾਗ ਇੰਨਾ ਕਿਸ ਗੱਲ ਦਾ? ਕਹਿੰਦੇ ਵਿਰਾਗ ਮਹਾਰਾਜ ਇਸ ਗੱਲ ਦਾ ਆ ਗਿਆ, ਕਿਤੇ ਇਹ ਪੱਥਰ ਵਾਲਾ ਸਮਾਂ ਸਾਡੇ ਤੇ ਨਾ ਆ ਜਾਵੇ, ਅਸੀਂ ਨਾ ਮਹਾਰਾਜ ਤੁਹਾਡੇ ਤੋਂ ਦੂਰ ਹੋ ਜਾਈਏ, ਅਸੀਂ ਨਾ ਮਹਾਰਾਜ ਮਰਜ਼ਾਦਾ ਤੋਂ ਦੂਰ ਹੋ ਜਾਈਏ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਘਰ ਦੀ ਸੰਗਤ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਵਿਚਰਦਿਆਂ ਇੰਨਾ ਕੁ ਖਿਆਲ ਜ਼ਰੂਰ ਰੱਖਿਓ, ਬੇੜੇ ਨੂੰ ਤਾਰਦਾ ਵੀ ਪਾਣੀ ਹੁੰਦਾ ਹੈ ਤੇ ਬੇੜੇ ਨੂੰ ਡੋਬਦਾ ਵੀ ਪਾਣੀ ਹੁੰਦਾ ਹੈ। ਜੇ ਬੇੜੇ ਵਿੱਚ ਭਾਰ ਉਹਦੀ ਕੰਪੈਸਿਟੀ ਮੁਤਾਬਕ ਪਾਇਆ ਜਾਏ ਤੇ ਬੇੜਾ ਤਰਦਾ ਰਹਿੰਦਾ, ਕਿਨਾਰੇ ਲੱਗ ਜਾਂਦਾ ਹੈ, ਤੇ ਜੇ ਭਾਰ ਜ਼ਿਆਦਾ ਪਾ ਦਈਏ ਉਹੀ ਪਾਣੀ ਸਾਧ ਸੰਗਤ ਬੇੜੇ ਨੂੰ ਡੋਬ ਦਿੰਦਾ ਹੈ। ਜੀਵਨ ਦੇ ਵਿੱਚ ਕਹਿੰਦੇ ਜ਼ਿੰਮੇਵਾਰੀਆਂ ਦਾ ਭਾਰ ਇੰਨਾ ਕੁ ਪਾਉਣਾ ਹੈ ਵੀ ਜਿਹੜਾ ਕਾਰਜ ਕਰਨ ਵਾਸਤੇ ਅਸੀਂ ਸੰਸਾਰ ਤੇ ਆਏ ਆ ਉਹ ਕਾਰਜ ਨਾ ਭੁੱਲ ਜਾਈਏ। ਉਹ ਕਾਰਜ ਕਿਹੜਾ? ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ। ਜੇ ਅਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਉਸ ਮਾਲਕ ਦਾ ਕਾਰਜ ਕਰਾਂਗੇ ਨਾ, ਜਿਹੜੀ ਆਸ ਰੱਖ ਕੇ ਸਾਨੂੰ ਮਾਲਕ ਨੇ ਭੇਜਿਆ, ਆਪਾਂ ਵਾਅਦਾ ਕਰਕੇ ਆਏ ਆ ਵੀ 2.5 ਘੰਟੇ ਨਾਮ ਜਪਾਂਗੇ ਜੀ, 2.5 ਘੰਟੇ ਤੁਹਾਡੀ ਯਾਦ ਵਿੱਚ ਬੈਠਾਂਗੇ, ਤੇ ਜ਼ਰੂਰੀ ਨਹੀਂ ਵੀ ਤੁਸੀਂ 2.5 ਘੰਟੇ ਚੌਂਕੜਾ ਮਾਰ ਕੇ ਹੀ ਬਹਿਣਾ, ਤੁਰਦਿਆਂ ਫਿਰਦਿਆਂ ਵੀ ਜਪ ਸਕਦੇ ਹੋ। ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਵੇਸ। ਹਰ ਵੇਲੇ ਆਪਣੇ ਚਿੱਤ ਦੇ ਵਿੱਚ ਪਰਮਾਤਮਾ ਨੂੰ ਰੱਖਣਾ ਅਸਲ ਸਿਮਰਨ ਇਹ ਹੁੰਦਾ ਹੈ। ਜਿੱਦਾਂ ਆਪਾਂ ਸਾਧ ਸੰਗਤ ਕਿਸੇ ਨਾਲ ਬਹੁਤਾ ਪਿਆਰ ਕਰਦੇ ਆ ਨਾ, ਜਿੱਥੇ ਮਰਜੀ ਤੁਰੇ ਫਿਰਦੇ ਹੋਈਏ ਉਹਦਾ ਧਿਆਨ ਆਪਣੇ ਦਿਮਾਗ ਵਿੱਚ ਰਹਿੰਦਾ, ਆਪਣਾ ਦਿਮਾਗ ਉਹਦੇ ਧਿਆਨ ਵਿੱਚ ਰਹਿੰਦਾ। ਮਾਂ ਬੱਚੇ ਨੂੰ ਪਿਆਰ ਕਰਦੀ ਹੈ, ਜਿੱਥੇ ਮਰਜੀ ਸਾਧ ਸੰਗਤ ਕੰਮ ਕਰਦੀ ਤੁਰੀ ਫਿਰੇ, ਪਰ ਧਿਆਨ ਉਹਦਾ ਆਪਣੇ ਬੱਚੇ 'ਚ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਸੰਸਾਰ ਦੇ ਕੰਮਕਾਰ ਵੀ ਕਰਨੇ ਆ, ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਤੇ ਧਿਆਨ ਕਿੱਥੇ ਰੱਖਣਾ ਹੈ? ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ, ਨਾਮਾ ਕਹਿਤ ਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਜਿੰਨਾ ਅਸੀਂ ਉਸ ਮਾਲਕ ਦਾ ਕਾਰਜ ਕਰਾਂਗੇ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਉਨੇ ਹੀ ਸਤਿਗੁਰੂ ਜੀ ਸਾਨੂੰ ਦੇਖ ਕੇ ਖੁਸ਼ ਹੋਣਗੇ ਤੇ ਸਾਡੇ ਨੇੜੇ ਹੋਣਗੇ। ਆਪਾਂ ਘਰ ਦੇ ਵਿੱਚ ਕੋਈ ਸਾਧ ਸੰਗਤ ਬੂਟਾ ਲਾਉਨੇ ਆ, ਇਹ ਆਸ ਰੱਖ ਕੇ ਲਾਉਨੇ ਆ ਵੀ ਇਹ ਬੂਟੇ ਨੂੰ ਇੱਕ ਦਿਨ ਫੁੱਲ ਸੋਹਣੇ ਲੱਗਣਗੇ ਤੇ ਫੁੱਲਾਂ ਦੀ ਖੁਸ਼ਬੂ ਸਾਨੂੰ ਮਿਲੇਗੀ। ਇਹ ਆਸ ਰੱਖ ਕੇ ਲਾਉਨੇ ਆ ਇਹ ਬੂਟਾ ਵੱਡਾ ਹੋਏਗਾ, ਇਹਨੂੰ ਫਲ ਲੱਗਣਗੇ, ਫਲ ਸਾਨੂੰ ਛਕਣ ਵਾਸਤੇ ਮਿਲਣਗੇ। ਇੱਕ ਪਸ਼ੂ ਘਰ ਵਿੱਚ ਪਾਲਦੇ ਆ ਤੇ ਆਸ ਰੱਖ ਕੇ ਪਾਲਦੇ ਆ, ਸੇਵਾ ਕਰਦੇ ਆ ਵੀ ਇਹ ਸਾਨੂੰ ਦੁੱਧ ਦੇਵੇਗਾ, ਇਹਦੇ ਤੋਂ ਦੁੱਧ ਦੀ ਪ੍ਰਾਪਤੀ ਹੋਏਗੀ। ਸਾਧ ਸੰਗਤ ਹੁਣ ਬੂਟੇ ਨੂੰ ਪਾਲੀਏ, ਉਹਦਾ ਧਿਆਨ ਰੱਖੀਏ, ਤੇ ਬੂਟਾ ਸਾਡੀ ਆਸ ਤੇ ਖਰਾ ਨਾ ਉਤਰੇ, ਨਾ ਉਹਨੂੰ ਫੁੱਲ ਲੱਗਣ ਤੇ ਨਾ ਫਲ ਲੱਗਣ। ਤੁਸੀਂ ਆਪ ਧਿਆਨ ਮਾਰੋ ਵੀ ਅਸੀਂ ਦੁਬਾਰਾ ਉਸ ਬੂਟੇ ਦੇ ਨੇੜੇ ਹੋਵਾਂਗੇ ਜਾਂ ਉਹਦੇ ਤੋਂ ਦੂਰ ਜਾਵਾਂਗੇ। ਕੋਈ ਪਸ਼ੂ ਦੀ ਅਸੀਂ ਸੇਵਾ ਕਰਦੇ ਆ, ਉਹ ਸਾਡੀ ਆਸ ਤੇ ਖਰਾ ਨਾ ਉਤਰੇ, ਸਾਡਾ ਮਨ ਉਹਦੀ ਸੇਵਾ ਕਰਨ ਨੂੰ ਕਰੇਗਾ, ਅਸੀਂ ਉਹਦੇ ਨੇੜੇ ਜਾਵਾਂਗੇ
ਜਾਂ ਉਹਦੇ ਤੋਂ ਦੂਰ ਜਾਵਾਂਗੇ। ਇਸੇ ਤਰ੍ਹਾਂ ਪਿਆਰਿਓ ਸਾਨੂੰ ਪਰਮਾਤਮਾ ਨੇ ਸੰਸਾਰ ਤੇ ਭੇਜਿਆ ਸੱਚ ਨਾਲ ਜੁੜਨ ਵਾਸਤੇ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੈ ਕਰੇ ਬਨਾਸ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਜਿਹੜੇ ਭਾਣੇ ਵਿੱਚ ਰਹਿੰਦੇ ਆ, ਅੱਜ ਉਹਨਾਂ ਦੀਆਂ ਯਾਦਾਂ ਆਪਾਂ ਮਨਾ ਰਹੇ ਆ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ। ਤੇ ਜਿਹੜੇ ਮਾਇਆ 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 ਕਰਦੇ ਸੰਸਾਰ ਤੋਂ ਚਲੇ ਗਏ, ਆ ਵੀ ਮੇਰਾ ਹੋ ਜੇ, ਆ ਵੀ ਮੇਰਾ ਹੋ ਜੇ, ਅੱਜ ਉਹਨਾਂ ਨੂੰ ਕੌਣ ਯਾਦ ਕਰਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਆਏ ਆ। ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਵਰੀਆ। ਤੇ ਉਹਨਾਂ ਚਿਰ ਨਹੀਂ ਪਾਰ ਹੋ ਸਕਦੇ ਜਿੰਨਾ ਚਿਰ ਸਾਧ ਸੰਗਤ ਜ਼ਿੰਮੇਵਾਰੀਆਂ ਦਾ ਭਾਰ ਕਹਿ ਲੋ, ਮੋਹ ਮਾਇਆ ਦਾ ਭਾਰ ਕਹਿ ਲੋ, ਆਪਣੇ ਜੀਵਨ ਵਿੱਚ ਜ਼ਿਆਦਾ ਪਾਲਾਂਗੇ। ਤੇ ਮਹਾਰਾਜ ਦੀ ਬਾਣੀ ਦਾ ਫੈਸਲਾ ਮੈਂ ਨਹੀਂ ਕਹਿੰਦਾ, ਤਿਤ ਸਰਵਰੜੈ ਭਈ ਲੈ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾਂ ਤੈ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ। ਕਹਿੰਦੇ ਜੇ ਪਰਮਾਤਮਾ ਨੂੰ ਭੁੱਲ ਗਿਆ, ਜਿੱਡਾ ਵੱਡਾ ਆਪਣੇ ਆਪ ਵਿੱਚ ਮਰਜੀ ਗੁਣੀ ਬਣਿਆ ਫਰੀ, ਪਰ ਸਾਰੇ ਗੁਣ ਤੇਰੇ ਵਿਅਰਥ ਨੇ, ਤੇਰੇ ਗੁਣ ਗਲ ਜਾਣਗੇ ਜੇ ਉਹਦਾ ਨਾ ਬਣਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਉਹਦਾ ਨਾ ਬਣਿਆ। ਇਸ ਕਰਕੇ ਭਾਈ ਇਹ ਅਰਦਾਸ ਕਰਿਆ ਕਰੋ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ। ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ, ਸਾਡੇ ਉੱਤੇ ਮਿਹਰ ਕਰੀ। ਪਿਆਰੇ ਜੀ ਸਾਡੇ ਉੱਤੇ ਮਿਹਰ, ਪਿਆਰੇ ਜੀ ਸਾਡੇ ਉੱਤੇ ਮਿਹਰ ਕਰੀ। 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 ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ, ਤਾਰਨ ਵਾਲਿਆ,
ਸਾਡੇ ਉਤੇ ਮਿਹਰ ਕਰੀ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ। ਦੇ ਭਗਤ ਪੂਰਨ ਅਵਨਾਸੀ ਹੋਂ ਤੁਝ ਕੋ ਬਲਿਆਰਿਆ। ਗੁਰ ਤਾਰ ਤਾਰਨ ਹਾਰਿਆ, ਦੇ ਭਗਤ ਪੂਰਨ ਅਵਨਾਸੀ ਹੋਂ ਤੁਝ ਕੋ ਬਲਿਹਾਰਿਆ। ਮਹਾਰਾਜ ਸਾਡੀ ਬਾਹ ਫੜ ਕੇ ਸਾਨੂੰ ਤਾਰ, ਸਾਨੂੰ ਆਪਣੀ ਭਗਤੀ ਦੀ ਦਾਤ ਬਖਸ਼। ਜੇ ਸਾਡੇ ਕੋਲ ਤੇਰੀ ਭਗਤੀ ਦੀ, ਤੇਰੇ ਨਾਮ ਦੀ ਦਾਤ ਹੋਏਗੀ, ਰਵਾਂਗੇ ਪਰਿਵਾਰ ਦੇ ਵਿੱਚ ਹੀ, ਰਵਾਂਗੇ ਸੰਸਾਰ ਦੇ ਵਿੱਚ ਹੀ, ਪਰ ਇਹਦਾ ਪ੍ਰਭਾਵ ਨਹੀਂ ਸਾਡੇ ਤੇ ਪਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਇਹ ਮੋਹ ਦੇ ਚਿੱਕੜ ਵਿੱਚ ਫਸਾਂਗੇ ਨਹੀਂ, ਰਵਾਂਗੇ ਵਿੱਚ ਹੀ। ਕਮਲ ਦਾ ਫੁੱਲ ਰਹਿੰਦਾ ਤੇ ਚਿੱਕੜ ਵਿੱਚ ਹੈ, ਪਰ ਸਾਧ ਸੰਗਤ ਉਹਦੇ ਤੇ ਦਾਗ ਨਹੀਂ ਲੱਗਦਾ, ਉਹ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਰਹਿਣਾ ਪਰਿਵਾਰ ਵਿੱਚ ਹੈ, ਰਹਿਣਾ ਸੰਸਾਰ ਵਿੱਚ ਹੈ, ਪਰ ਇਹਦੇ ਵਿੱਚ ਗ੍ਰਸਤ ਨਹੀਂ ਹੋਣਾ। ਇਹ ਮੋਹ ਤੋਂ ਦੂਰ ਰਹਿਣਾ, ਇਹਨੂੰ ਤਿਆਗਣਾ ਹੈ। ਮਹਾਰਾਜ ਹੁਣ ਬੱਚਿਆਂ ਨਾਲ ਮੋਹ ਕਰਦੇ ਆ, ਪਿਆਰ ਕਰਦੇ ਆ। ਫਕੀਰ ਕਹਿੰਦਾ ਮਹਾਰਾਜ ਗੁਰੂ ਨਾਨਕ ਦਾ ਘਰ ਤੇ ਤਿਆਗੀ ਹੈ, ਗੁਰੂ ਨਾਨਕ ਦਾ ਘਰ ਤੇ ਵੈਰਾਗੀ ਹੈ। ਤੁਸੀਂ ਆਪਣੇ ਬੱਚਿਆਂ ਨਾਲ ਇੰਨਾ ਮੋਹ ਕਰਦੇ ਹੋ, ਇੰਨਾ ਪਿਆਰ ਕਰਦੇ ਹੋ। ਇੱਕ ਦੁਨਿਆਵੀ ਬਾਪ ਵੀ ਆਪਣੇ ਬੱਚਿਆਂ ਨਾਲ ਇੰਨਾ ਹੀ ਮੋਹ ਕਰਦਾ, ਇੰਨਾ ਹੀ ਪਿਆਰ ਕਰਦਾ। ਫਿਰ ਤੁਹਾਡੇ ਵਿੱਚ ਤੇ ਇੱਕ ਆਮ ਦੁਨੀਆਦਾਰ ਦੇ ਵਿੱਚ ਫਰਕ ਕੀ ਰਹਿ ਜਾਏਗਾ? ਪਿਆਰ ਬੱਚਿਆਂ ਨਾਲ ਤੁਸੀਂ ਵੀ ਕਰਦੇ ਹੋ, ਤੇ ਪਿਆਰ ਬੱਚਿਆਂ ਦੇ ਨਾਲ ਇੱਕ ਦੁਨਿਆਵੀ ਬਾਪ ਵੀ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਫਕੀਰ ਜੀ ਤੁਸੀਂ ਸਹੀ ਵੇਖਿਆ ਤੇ ਸਹੀ ਕਹਿ ਰਹੇ ਹੋ, ਸਹੀ ਵੇਖਿਆ, ਸਹੀ ਕਹਿ ਰਹੇ ਹੋ। ਮੈਂ ਆਪਣੇ ਬੱਚਿਆਂ ਦੇ ਨਾਲ ਬਹੁਤ ਪਿਆਰ ਕਰਦਾ, ਮੈਂ ਆਪਣੇ ਬੱਚਿਆਂ ਦਾ ਬਹੁਤ ਮੋਹ ਕਰਦਾ, ਪਰ ਮੇਰੇ ਮੋਹ ਕਰਨ ਦੇ ਵਿੱਚ ਤੇ ਇੱਕ ਦੁਨਿਆਵੀ ਬਾਪ ਦੇ ਮੋਹ ਕਰਨ ਦੇ ਵਿੱਚ ਬਹੁਤ ਫਰਕ ਹੈ। ਦੁਨੀਆ ਆਪਣੇ ਬੱਚਿਆਂ ਦਾ ਮੋਹ ਕਰਦੀ ਹੈ ਕਿਸੇ ਹੋਰ ਤਰੀਕੇ ਨਾਲ, ਮੈਂ ਆਪਣੇ ਬੱਚਿਆਂ ਦਾ ਮੋਹ ਕਰਦਾ ਕਿਸੇ ਹੋਰ ਤਰੀਕੇ ਨਾਲ। ਕਹਿੰਦੇ ਦੁਨੀਆ ਤੇ ਆਪਣੇ ਬੱਚਿਆਂ ਦਾ ਮੋਹ ਕਰਦੀ ਹੈ ਵੀ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਹਾਰਾ ਬਣਨਾ, ਸਾਡੇ ਬੁਢੇਪੇ ਦਾ ਆਸਰਾ ਬਣਨਾ, ਇਹਨਾਂ ਕਰਕੇ ਸਾਡੀ ਪੀੜ੍ਹੀ ਅੱਗੇ ਚੱਲਣੀ ਹੈ, ਇਹਨਾਂ ਕਰਕੇ ਸਾਡੀ ਕੁਲ ਅੱਗੇ ਚੱਲਣੀ ਹੈ। ਪਰ ਮੈਂ ਇਸ ਕਰਕੇ ਆਪਣੇ ਬੱਚਿਆਂ ਦੇ ਨਾਲ ਪਿਆਰ ਨਹੀਂ ਕਰਦਾ। ਮਹਾਰਾਜ ਫਿਰ ਕਿਉਂ ਪਿਆਰ ਕਰਦੇ ਹੋ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਆਪਣੇ ਬੱਚਿਆਂ ਦੇ ਨਾਲ ਇੰਨਾ ਮੋਹ, ਇੰਨਾ ਪਿਆਰ ਇਸ ਕਰਕੇ ਕਰਦਾ ਕਿ ਇਹਨਾਂ ਨੇ ਸਮਾਂ ਆਉਣ ਤੇ ਆਪਣੀਆਂ ਜਾਨਾਂ ਧਰਮ ਤੋਂ ਕੁਰਬਾਨ ਕਰ ਦੇਣੀਆਂ। ਇਹਨਾਂ ਨੂੰ ਮੈਂ ਦੇਸ਼ ਕੌਮ ਦੇ ਲੇਖੇ ਲਾਉਣਾ, ਇਸ ਕਰਕੇ ਮੈਂ ਇਹਨਾਂ ਦਾ ਇੰਨਾ ਪਿਆਰ ਕਰਦਾ, ਇਹਨਾਂ ਦਾ ਇੰਨਾ ਮੋਹ ਕਰਦਾ। ਇਹਨਾਂ ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, 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 ਇਹਨਾਂ ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, ਇਹਨਾਂ ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, ਇਹਨਾਂ ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ, ਇਹਨਾਂ ਛੋਟੀਆਂ ਜਿੰਦਾਂ ਨੇ ਇੱਕ ਦਿਨ ਵੱਡੇ ਸਾਕੇ ਕਰਨੇ।
करने। इन्हां छोटियां जिंदा ने एक दिन वड्डे साके करने। 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 हाँ छोटियां जिंदा ने एक दिन वड्डे साके करने। छोटियां जिंदा ने एक दिन वड्डे साके करने। ओ वड्डे साके करने एक दिन वड्डे साके करने। वड्डे साके करने एक दिन वड्डे साके करने। वड्डे साके करने वड्डे साके करने। एक दिन वड्डे साके करने। वड्डे साके करने। वड्डे साके करने एक दिन वड्डे साके करने। जी वड्डे साके करने एक दिन वड्डे साके करने। एक दिन वड्डे साके करने। एक दिन वड्डे साके करने। वड्डे साके करने वड्डे साके करने। वड्डे साके करने एक दिन वड्डे साके करने। इन्हां छोटियां जिंदा ने एक दिन वड्डे साके करने। छोटियां जिंदा ने एक दिन वड्डे साके करने। छोटियां जिंदा ने एक दिन वड्डे साके करने। इन्हां छोटियां जिंदा ने एक दिन वड्डे साके करने। छोटियां जिंदा ने एक दिन वड्डे साके करने। छोटियां जिंदा ने एक दिन वड्डे साके करने। हाँ सूरा सो पहचानिए जो लड़े दीन के हेतो। पुरजा पुरजा कट मरे कबू ना लगे। पुरजा पुरजा कट मरै ਕਬਹੂ ਨਾ ਛਾੜੈ ਖੇਤ। ਜਿਵੇਂ ਫਕੀਰ ਨੂੰ ਮਹਾਰਾਜ ਜੀਆਂ ਨੇ ਬਚਨ ਕੀਤੇ ਵੀ ਇਹਨਾਂ ਨੂੰ ਮੈਂ ਇਸ ਕਰਕੇ ਇੰਨਾ ਮੋਹ ਕਰਦਾ, ਇੰਨਾ ਪਿਆਰ ਕਰਦਾ, ਸਮਾਂ ਆਉਣ ਤੇ ਇਹਨਾਂ ਨੇ ਆਪਣੀਆਂ ਜਾਨਾਂ ਧਰਮ ਤੋਂ ਕੁਰਬਾਨ ਕਰ ਦੇਣੀਆਂ। ਆਉਣ ਵਾਲਾ ਸਮਾਂ ਮਹਾਰਾਜ ਜਾਣਦੇ ਸੀ। ਸਾਧ ਸੰਗਤ ਇਸੇ ਤਰ੍ਹਾਂ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਵਾਰੀ ਇਦਾਂ ਦੇ ਬਚਨ ਕੀਤੇ ਆਉਣ ਵਾਲੇ ਸਮੇਂ ਬਾਰੇ। ਇੱਕ ਵੇਰਾਂ ਕਹਿੰਦੇ ਭਾਈ ਮਾਨ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਖਿਡਾਉਣ ਵਾਸਤੇ ਲੈ ਗਿਆ। ਭਾਈ ਮਾਨ ਸਿੰਘ ਜੀ ਸਾਹਿਬਜ਼ਾਦਿਆਂ ਦੇ ਖਿਡਾਵੇ ਸੀ, ਉਹਨਾਂ ਦੀ ਡਿਊਟੀ ਸੀ। ਬੱਚਿਆਂ ਨੂੰ ਨਾਲ ਲੈ ਗਿਆ, ਬੱਚਿਆਂ ਨੂੰ ਖੇਡਣ ਵਾਸਤੇ ਛੱਡ ਦਿੱਤਾ ਤੇ ਭਾਈ ਮਾਨ ਸਿੰਘ ਜੀ ਦਾ ਧਿਆਨ ਕਿਸੇ ਹੋਰ ਪਾਸੇ ਚਲਿਆ ਗਿਆ। ਬੱਚੇ ਖੇਡਦੇ ਖੇਡਦੇ ਕਹਿੰਦੇ ਇੱਕ ਕੱਚੀ ਕੰਧ ਦੇ ਕੋਲ ਚਲੇ ਗਏ। ਮੀਂਹ ਪਿਆ ਹੋਇਆ ਸੀ ਤੇ ਬੱਚੇ ਉਸ ਕੰਧ ਦੇ ਕੋਲ ਖੇਡ ਰਹੇ ਨੇ। ਕਾਫੀ ਸਮਾਂ ਬੀਤ ਗਿਆ। ਜਦੋਂ ਵਾਪਸ ਨਾ ਗਏ ਤੇ ਧੰਨ ਮਾਤਾ ਗੁਜਰੀ ਜੀ ਬੱਚਿਆਂ ਦਾ ਫਿਕਰ ਕਰਨ ਲੱਗੇ। ਬੜਾ ਸਮਾਂ ਹੋ ਗਿਆ, ਮਾਨ ਸਿਉ ਲੈ ਕੇ ਗਿਆ ਸੀ, ਵਾਪਸ ਨਹੀਂ ਲੈ ਕੇ ਆਏ। ਫਿਕਰ ਦੇ ਵਿੱਚ ਬੱਚਿਆਂ ਨੂੰ ਵੇਖਣ ਵਾਸਤੇ ਮਾਤਾ ਜੀ ਆਪ ਤੁਰ ਪਏ। ਭਾਲਦੇ ਭਾਲਦੇ ਪਹੁੰਚ ਗਏ ਉਸ ਕੱਚੀ ਕੰਧ ਦੇ ਕੋਲ। ਦੇਖਿਆ ਬੱਚੇ ਖੇਡ ਰਹੇ ਨੇ, ਕੱਚੀ ਕੰਧ ਹੈ, ਮੀਂਹ ਪਿਆ ਹੋਇਆ। ਗਏ ਨੇ ਭੱਜ ਕੇ ਤੇ ਸਾਹਿਬਜ਼ਾਦਿਆਂ ਦੀਆਂ ਬਾਹਾਂ ਫੜ ਕੇ ਕੰਧ ਤੋਂ ਦੂਰ ਕਰ ਲਿਆਏ। ਬੱਚਿਆਂ ਨੂੰ ਕੰਧ ਤੋਂ ਦੂਰ ਕਰ ਦਿੱਤਾ
ਤੇ ਭਾਈ ਮਾਨ ਸਿਉ ਨੂੰ ਆਵਾਜ਼ਾਂ ਮਾਰਨ ਲੱਗੇ। ਮਾਨ ਸਿਉ ਕਿੱਥੇ ਆ ਭਾਈ ਤੂੰ? ਮਾਤਾ ਜੀ ਦੀ ਆਵਾਜ਼ ਸੁਣੀ ਤੇ ਮਾਨ ਸਿਉ ਭੱਜ ਕੇ ਆਏ। ਹਾਂਜੀ ਮਾਤਾ ਜੀ। ਮਾਨ ਸਿਉ ਤੇਰੀ ਡਿਊਟੀ ਕੀ ਹੈ? ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦਾ ਧਿਆਨ ਰੱਖਣਾ, ਇਹਨਾਂ ਨੂੰ ਪੜਾਉਣਾ ਮੇਰੀ ਡਿਊਟੀ ਹੈ। ਕਹਿੰਦੇ ਅੱਜ ਤੂੰ ਡਿਊਟੀ ਧਿਆਨ ਨਾਲ ਨਹੀਂ ਕਰਦਾ, ਫਿਰ ਤੂੰ ਕੱਲਿਆਂ ਨੂੰ ਛੱਡ ਕੇ ਕਿੱਥੇ ਚਲਿਆ ਗਿਆ? ਮਾਤਾ ਜੀ ਮੈਂ ਕਿਸੇ ਹੋਰ ਰਜੇਵੇਂ ਵਿੱਚ ਪੈ ਗਿਆ। ਕਹਿੰਦੇ ਬੱਚੇ ਖੇਡਦੇ ਖੇਡਦੇ ਕੱਚੀ ਕੰਧ ਦੇ ਕੋਲ ਚਲੇ ਗਏ। ਮੀਂਹ ਪਿਆ ਹੋਇਆ, ਰੱਬ ਨਾ ਕਰੇ ਤੇ ਇਹ ਕੰਧ ਬੱਚਿਆਂ ਦੇ ਉੱਪਰ ਡਿੱਗ ਪਵੇ ਤੇ ਦੱਸ ਮਾਨ ਸਿਉ ਫਿਰ ਜ਼ਿੰਮੇਵਾਰ ਕੌਣ ਹੈ? ਮਾਤਾ ਜੀ ਗਲਤੀ ਹੋ ਗਈ। ਮਾਤਾ ਜੀ ਡਾਂਟ ਰਹੇ ਆ ਮਾਨ ਸਿਉ ਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੇ ਚਿਰ ਨੂੰ ਕੋਲ ਆ ਗਏ। ਕੋਲ ਆ ਕੇ ਕਹਿਣ ਲੱਗੇ ਮਾਤਾ ਜੀ ਕੀ ਗੱਲ ਹੋ ਗਈ? ਤੁਸੀਂ ਮਾਨ ਸਿਉ ਨੂੰ ਡਾਂਟ ਰਹੇ ਹੋ। ਕਹਿੰਦੇ ਲਾਲ ਜੀ ਮਾਨ ਸਿਉ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਹੀਂ ਕਰਦਾ, ਇਹ ਧਿਆਨ ਨਹੀਂ ਰੱਖਦਾ। ਹੋਇਆ ਕੀ? ਕਹਿੰਦੇ ਬੱਚਿਆਂ ਨੂੰ ਕੱਲਿਆਂ ਛੱਡ ਦਿੱਤਾ। ਬੱਚੇ ਖੇਡਦੇ ਖੇਡਦੇ ਉਹ ਕੰਧ ਦੇ ਕੋਲ ਚਲੇ ਗਏ। ਕੱਚੀ ਕੰਧ ਹੈ, ਮੀਂਹ ਪਿਆ ਹੋਇਆ, ਜੇ ਕੰਧ ਬੱਚਿਆਂ ਦੇ ਉੱਪਰ ਡਿੱਗ ਪਵੇ ਤੇ ਦੱਸੋ ਫਿਰ ਜ਼ਿੰਮੇਵਾਰ ਕੌਣ ਹੈ? ਕਹਿੰਦੇ ਮਾਤਾ ਜੀ ਦੀ ਗੱਲ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤੇ ਤੇ ਬੱਚਿਆਂ ਵੱਲੀ ਵੇਖਦੇ ਆ ਤੇ ਕਦੇ ਸਾਧ ਸੰਗਤ ਜੀ ਉਹ ਕੰਧ ਵੱਲੀ ਵੇਖਦੇ ਆ। ਜਦੋਂ ਕੋਈ ਜਵਾਬ ਨਾ ਦਿੱਤਾ ਤੇ ਮਾਤਾ ਜੀ ਨੇ ਸੋਚਿਆ ਵੀ ਮਾਨ ਸਿਉ ਨੂੰ ਡਾਂਟਣਾ ਸ਼ਾਇਦ ਮਹਾਰਾਜ ਨੂੰ ਚੰਗਾ ਨਹੀਂ ਲੱਗਾ ਤੇ ਹੌਂਕਾ ਜਿਹਾ ਭਰ ਕੇ ਕਹਿੰਦੇ ਮਾਨ ਸਿਉ ਮੈਂ ਮਾਂ ਹਾਂ, ਜੇ ਬੱਚਿਆਂ ਦੇ ਫਿਕਰ ਵਿੱਚ ਮਾਨ ਸਿਉ ਨੂੰ ਡਾਂਟ ਦਿੱਤਾ ਤੇ ਕੀ ਹੋ ਗਿਆ? ਲੈ ਮੇਰਾ ਇੰਨਾ ਵੀ ਹੱਕ ਨਹੀਂ ਬਣਦਾ? ਮੈਂ ਬੱਚਿਆਂ ਦੇ ਫਿਕਰ ਵਿੱਚ ਮਾਨ ਸਿਉ ਨੂੰ ਕੁਝ ਕਹਿ ਵੀ ਨਹੀਂ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮਾਤਾ ਜੀ ਤੁਹਾਡਾ ਹੱਕ ਹੈ, ਤੁਸੀਂ ਕਹਿ ਸਕਦੇ ਹੋ, ਪਰ ਮੈਂ ਤੇ ਉਹ ਸਮੇਂ ਬਾਰੇ ਸੋਚ ਰਿਹਾ ਜਦੋਂ ਉਹ ਸਮਾਂ ਆ ਗਿਆ ਏਦਾਂ ਕੰਧਾਂ ਦੀਆਂ ਨੀਹਾਂ ਪੁੱਟੀਆਂ ਹੋਣਗੀਆਂ, ਕੰਧਾਂ ਨੇ ਉਸਰਨਾ ਤੇ ਉਸ ਕੰਧ ਦੀ ਨੀਂਹ ਵਿੱਚ ਖਲੋਣ ਵਾਸਤੇ ਇਹਨਾਂ ਬੱਚਿਆਂ ਨੂੰ ਇੱਕ ਦਿਨ ਤੂੰ ਆਪ ਸਿੱਖਿਆ ਦੇ ਤੋਰਨਾ। ਕੰਧ ਦੇ ਵਿੱਚ ਖਲੋਣ ਵਾਸਤੇ ਇਹਨਾਂ ਬੱਚਿਆਂ ਨੂੰ ਕਲਗੀਆਂ ਸਜਾ ਕੇ ਇੱਕ ਦਿਨ ਤੂੰ ਆਪ ਤੋਰਨਾ। ਜਿੱਦਣ ਆਪ ਤੋਰੇਂਗੀ ਤੇ ਤੇਰੇ ਪੋਤਰੇ ਹੱਸ ਹੱਸ ਕੇ ਨੀਹਾਂ 'ਚ ਖਲੋ ਜਾਣਗੇ, ਉਹ ਕੰਧਾਂ ਤੇਰੇ ਬੱਚਿਆਂ ਨੂੰ ਖਾ ਜਾਣਗੀਆਂ, ਲੁਕੋ ਲੈਣਗੀਆਂ। ਮਾਂ ਫਿਰ ਉਦਣ ਕਿਹੜੇ ਮਾਨ ਸਿਉ ਨੂੰ ਦੋਸ਼ ਦੇਵੇਂਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਦਣ ਕਿਹੜੇ ਮਾਨ ਸਿਉ ਨੂੰ ਦੋਸ਼ ਦੇਵੇਂਗੀ? ਸਾਧ ਸੰਗਤ ਉਹ ਮਹਾਰਾਜ ਜੀ ਦਾ ਬਚਨ, ਮਾਤਾ ਜੀ ਤੂੰ ਆਪ ਤੋਰਨਾ ਤੇ ਇਹਨਾਂ ਨੇ ਹੱਸ ਹੱਸ ਕੇ ਖਲੋ ਜਾਣਾ ਤੇ ਸੂਬੇ ਦੀ ਕਚਹਿਰੀ ਵਿੱਚੋਂ ਸਿਰ ਤੇ ਮੌਤ ਲਿਖਾ ਕੇ ਆਉਣੀ, ਤੈਨੂੰ ਆਪ ਆ ਕੇ ਦੱਸਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੈਨੂੰ ਆਪ ਆ ਕੇ ਦੱਸਣਗੇ। ਤੇ ਉਹ ਸਮਾਂ ਫਿਰ ਆਇਆ ਜਦੋਂ ਠੰਡੇ ਬੁਰਜ ਦੇ ਵਿੱਚ 11 ਪੋਹ ਦੀ ਪਹਿਲੀ ਕਚਹਿਰੀ ਲੱਗੀ। ਪਹਿਲਾਂ ਲਾਲਚ ਦਿੱਤੇ, ਠੋਕਰਾਂ ਮਾਰ ਦਿੱਤੀਆਂ। 12 ਪੋਹ ਦੀ ਕਚਹਿਰੀ ਲੱਗੀ, ਫਿਰ ਡਰਾਉਣਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਾਂ ਤੇ ਇਸਲਾਮ ਕਬੂਲ ਕਰ ਲਓ, ਨਹੀਂ ਫਿਰ ਤੁਹਾਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦਿੱਤਾ ਜਾਊਗਾ।
12 ਪੋਹ ਦੀ ਕਚਹਿਰੀ ਭੁਗਤ ਕੇ ਜਦੋਂ ਫਿਰ ਵਾਪਸ ਆਏ, ਦਾਦੀ ਮਾਂ ਪੁੱਛਦੀ ਐ, ਬੱਚਿਓ ਅੱਜ ਕਚਹਿਰੀ ਵਿੱਚ ਕੀ ਹੋਇਆ? ਮਾਤਾ ਜੀ ਕੀ ਦਸੀਏ, ਡਰ ਲੱਗਦਾ ਸੁਣ ਕੇ ਤੁਸੀਂ ਕਿਤੇ ਉਦਾਸ ਨਾ ਹੋ ਜਿਓ। ਬੱਚਿਓ ਮੈਂ ਕਿਉਂ ਉਦਾਸ ਹੋਵਾਂਗੀ? ਮਾਤਾ ਜੀ ਮਾਂ ਦਾ ਦਿਲ ਤੇ ਮਾਂ ਦਾ ਹੀ ਹੁੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਡੇ ਨਾਲ ਇੰਨਾ ਪਿਆਰ ਕਰਦੇ ਹੋ, ਸਾਡੇ ਨਾਲ ਇੰਨਾ ਲਾਡ ਕਰਦੇ ਹੋ। ਨਹੀਂ ਬੱਚਿਓ, ਜੋ ਅੱਜ ਕਚਹਿਰੀ ਵਿੱਚ ਹੋਇਆ ਮੈਨੂੰ ਸਾਰਾ ਹਾਲ ਦੱਸੋ। ਤੇ ਧੰਨ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦੇ ਦੱਸਦੇ ਆ, ਮਾਤਾ ਜੀ ਹੋ ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਸਿਰਾਂ ਉੱਤੇ ਮੌਤ ਲਿਖਾਇਆ ਆ। ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾਇਆ ਆ। ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾਇਆ। ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾਇਆ। ਉਹ ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾਇਆ। ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ, ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾਇਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਤੁਰ ਜਾਵਣਾ ਅਸੀਂ ਸਿਰਾਂ ਉੱਤੇ ਮੌਤ ਲਿਖਾਇਆ ਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਤੁਰ ਜਾਵਣਾ ਅਸੀਂ ਸਿਰਾਂ ਉੱਤੇ ਮੌਤ ਲਿਖਾਇਆ ਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਤੁਰ ਜਾਵਣਾ ਅਸੀਂ ਸਿਰਾਂ ਤੇ ਮੌਤ ਲਿਖਾਇਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਉਹ ਤੁਰ ਜਾਵਣਾ ਅਸੀਂ ਸਿਰਾਂ ਤੇ ਮੌਤ ਲਿਖਾਇਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਤੁਰ ਜਾਵਣਾ ਅਸੀਂ ਸਿਰਾਂ ਉੱਤੇ ਮੌਤ ਲਿਖਾਇਆ। ਕੱਲ ਨੂੰ ਅਸਾਂ ਨੇ ਤੁਰ ਜਾਵਣਾ, ਤੁਰ ਜਾਵਣਾ ਅਸੀਂ ਸਿਰਾਂ ਉੱਤੇ ਮੌਤ ਲਿਖਾਇਆ। ਸੂਬੇ ਦੀ ਕਚਹਿਰੀ ਵਿੱਚ ਨੀ ਅੰਮੀਏ ਅਸੀਂ ਗੱਜ ਕੇ ਫਤਿਹ ਬੁਲਾ ਆਏ। ਕੱਲ ਨੂੰ ਅਸਾਂ ਨੇ ਤੁਰ ਜਾਵਣਾ ਅਸੀਂ ਸਿਰਾਂ ਉੱਤੇ ਮੌਤ ਲਿਖਾ ਆਏ ਆ। ਮਾਤਾ ਜੀ ਉਹ ਕਹਿੰਦੇ ਜੇ ਕੱਲ ਨੂੰ ਸਾਡਾ ਕਹਿਣਾ ਨਾ ਮੰਨਿਆ ਤੇ ਜਿਉਂਦਿਆਂ ਤੁਹਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਊਗਾ। ਦਾਦੀ ਮਾਂ ਨੇ ਘੁੱਟ ਕੇ ਗਲਵਕੜੀ ਵਿੱਚ ਲਿਆ, ਕਹਿਣ ਲੱਗੀ ਲੈ ਫਿਰ ਕੀ ਹੋਇਆ, ਜਿਉਂਦਿਆਂ ਨੀਹਾਂ ਵਿੱਚ ਹੀ ਚਿਣਨਗੇ, ਮਾਰ ਥੋੜੀ ਨਾ ਦੇਣਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਰ ਤੇ ਨਹੀਂ ਦੇਣਗੇ। ਸਮਾਂ ਪਰਖਦਾ ਆਇਆ ਬੱਚਿਓ, ਉਹ ਕਸਵੱਟੀਆਂ ਲਾ ਲਾ ਪਰਖਦਾ ਹੈ। ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ,
ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਤੇ ਕਦੇ ਸੀਸ ਤੇ ਚਲਾਉਂਦਾ ਆਰਿਆਂ ਨੂੰ। ਤੇ ਜਦੋਂ ਪਰਖ ਪੈਂਦੀ ਹੈ ਨਾ ਸੱਚ ਦੀ, ਕਸਵੱਟੀ ਲੱਗਦੀ ਹੈ, ਤੇ ਇਹਦੇ ਵਿੱਚੋਂ ਮਰਜੀਵੜੇ ਪਾਸ ਹੁੰਦੇ ਨੇ, ਸੂਰਮੇ ਪਾਸ ਹੁੰਦੇ ਨੇ। ਤੇ ਤੁਸੀਂ ਸੂਰਮੇ ਬਣਨਾ ਹੈ, ਮਰਜੀਵੜੇ ਬਣਨਾ ਹੈ। ਸਾਰੀ ਰਾਤ ਸਿੱਖਿਆ ਦਿੰਦੇ ਰਹੇ, ਅੰਮ੍ਰਿਤ ਵੇਲਾ ਸੰਭਾਲਿਆ। ਸਾਧ ਸੰਗਤ ਦਿਨ ਦਾ ਚੜਾ ਹੋਇਆ, ਸਿਪਾਹੀ ਆ ਗਏ, ਮਾਤਾ ਬੱਚਿਆਂ ਨੂੰ ਤਿਆਰ ਕਰਦੇ ਕਚਹਿਰੀ ਲੈ ਕੇ ਜਾਣਾ। ਸੁਬਹ ਹੁੰਦੇ ਸਾਰ ਆਵਾਜ਼ ਮਾਰ ਲਈ ਸਿਪਾਹੀ ਨੇ, ਹਿੱਕ ਨਾਲ ਲਾਲੇ ਲਾਲ ਬੁੱਢੜੀ ਜੀ ਮਾਈ ਨੇ। ਕਦੇ ਫਤਿਹ ਸਿੰਘ ਕਦੇ ਜੋਰਾਵਰ, ਤਾਈ ਦਾਦੀ ਕਾਲਜੇ ਨਾ ਲਾ ਕੇ ਹਿੱਕ ਠਾਰੇ, ਗਰਕ ਜਾਏ ਰੱਬ ਕਰਕੇ ਬੇਦਰਦ ਮੁਗਲ ਸਰਕਾਰੇ। ਕਹਿੰਦੇ ਦੋਵਾਂ ਨੂੰ ਤਿਆਰ ਕੀਤਾ ਹੈ, ਸੋਹਣੇ ਵਸਤਰ ਪਾਏ ਆ, ਸੋਹਣੇ ਦੁਮਾਲੇ ਸਜਾਏ ਆ, ਸੋਹਣੀਆਂ ਕਲਗੀਆਂ ਸਜਾਈਆਂ ਨੇ। ਸਾਧ ਸੰਗਤ ਮੁਖ ਚੁੰਮੇ ਤੇ ਦੋਵਾਂ ਸਾਧ ਸੰਗਤ ਸਹਿਬਜ਼ਾਦਿਆਂ ਨੂੰ 13 ਪੋਹ ਨੂੰ ਕਚਹਿਰੀ ਵੱਲ ਤੋਰ ਦਿੱਤਾ। ਨਾਲੇ ਤੋਰ ਰਹੇ ਨੇ, ਨਾਲੇ ਕਹਿੰਦੇ ਦਾਦੇ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਾ ਦਿਓ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੜੋਤਰੇ ਹੋ। ਧਰਮੀ ਬਣਨਾ, ਧਰਮ ਵਿੱਚ ਰਹਿਣਾ ਹੈ, ਡੋਲਣਾ ਨਹੀਂ। ਹੱਥ ਕੜੀ ਬਾਲੀ ਬਾਂਹ ਕਰਕੇ ਉਤਾਂ ਨੂੰ, ਸਬਰੀ ਤਸੱਲੀ ਦਿੰਦੇ ਦਾਦੀ ਇਸ ਮਾਂ ਨੂੰ। ਸਾਡੇ ਤੇ ਯਕੀਨ ਰੱਖੀ, ਅਸੀਂ ਨਹੀਂ ਉਹ ਡੋਲਦੇ ਮਾਂ, ਅਸੀਂ ਦਸ਼ਮੇਸ਼ ਦੇ ਦੁਲਾਰੇ, ਗਰਕ ਜਾਏ ਰੱਬ ਕਰਕੇ ਬੇਦਰਦ ਮੁਗਲ ਸਰਕਾਰੇ। ਚਲੇ ਗਏ। ਸੂਬਾ ਸਰਹੰਦ ਕਹਿੰਦਾ, ਕਿਉਂ ਜਾਨ ਗਵਾਉਂਦੇ ਹੋ ਬੱਚਿਓ, ਮੰਨ ਲਓ ਮੇਰਾ ਕਹਿਣਾ। ਤੇ ਬੱਚਿਆਂ ਨੇ ਜਵਾਬ ਦਿੱਤਾ ਸੀ, ਅਸੀਂ ਪੁੱਤ ਹਾਂ ਗੋਬਿੰਦ ਸਿੰਘ ਦੇ ਸੂਬਿਆ, ਸਿੱਖੀ ਸਿਦਕ ਵਿੱਚ ਰਹਿਣਾ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਹੋਏ। ਕਹਿੰਦੇ ਜੇ ਨਹੀਂ ਮੰਨਣਾ ਫਿਰ ਨੀਂਹ ਪੁੱਟੀ ਪਈ ਆ, ਇੱਟਾਂ ਆਈਆਂ ਪਈਆਂ, ਖਲੋਣ ਲਈ ਤਿਆਰ ਹੋ ਜਾਓ। ਫਤਵੇ ਜਾਰੀ ਹੋਏ ਨੇ, ਆਰਡਰ ਦੇ ਦਿੱਤੇ ਗਏ। ਸਹਿਬਜ਼ਾਦੇ ਪਰਮਾਤਮਾ ਦੀ ਰਜ਼ਾ ਵਿੱਚ, ਮਾਲਕ ਦੇ ਭਾਣੇ ਵਿੱਚ, ਨੀਹਾਂ ਵਿੱਚ ਜਾ ਕੇ ਖਲੋ ਗਏ ਨੇ। ਜਦੋਂ ਖਲੋਏ ਨਾ, ਇਤਿਹਾਸਕਾਰ ਲਿਖਦਾ ਹੈ, ਕਹਿੰਦੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਜਿਹੜੀਆਂ ਨੇਤਰ ਨਮ ਹੋ ਗਏ। ਬਾਬਾ ਫਤਿਹ ਸਿੰਘ ਜੀ ਨੇ ਤੱਕਿਆ ਕਿ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਸੇਜਲ ਨੇ। ਵੀਰ ਜੀ ਕੀ ਗੱਲ ਹੋ ਗਈ? ਕਿਤੇ ਸਾਹਮਣੇ ਮੌਤ ਨੂੰ ਦੇਖ ਕੇ ਡੋਲ ਤੇ ਨਹੀਂ ਗਏ, ਡਰ ਤੇ ਨਹੀਂ ਗਏ? ਫਤਿਹ ਸਿਉ ਇਹ ਕੀ ਗੱਲ ਆਖਦਾ? ਹੋਈਏ ਕਲਗੀਧਰ ਦੇ ਲਾਲ ਤੇ ਮੌਤ ਤੋਂ ਡਰ ਜੀਏ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਈਏ ਦਸ਼ਮੇਸ਼ ਪਿਤਾ ਦੇ ਲਾਲ ਤੇ ਮੌਤ ਤੋਂ ਡਰ ਜੀਏ? ਕਹਿੰਦੇ ਫਿਰ ਤੁਹਾਡੀਆਂ ਅੱਖਾਂ ਸੇਜਲ ਨੇ, ਨੇਤਰਾਂ ਵਿੱਚ ਜਲ ਆਇਆ ਹੋਇਆ। ਕਹਿੰਦੇ ਮੈਂ ਤੇ ਇਸ ਕਰਕੇ ਅੱਖਾਂ ਨਮ ਕਰ ਲੀਆਂ, ਮੈਨੂੰ ਉਹ ਸਮਾਂ ਯਾਦ ਆਉਂਦਾ ਜਦੋਂ ਤੂੰ ਸਾਡੇ ਵਿੱਚ ਖੇਡਣ ਆਉਂਦਾ ਸੀ ਤੇ ਮੈਂ ਆਪਣੇ ਹਾਣੀਆਂ ਨਾਲ ਖੇਡਦਾ ਹੁੰਦਾ ਸੀ। ਤੂੰ ਆ ਕੇ ਕਹਿਣਾ, ਵੀਰ ਜੀ ਮੈਂ ਵੀ ਤੁਹਾਡੇ ਨਾਲ ਖੇਡਣਾ, ਮੈਨੂੰ ਵੀ ਆਪਣੇ ਨਾਲ ਖਿਡਾਓ। ਤੇ ਮੈਂ ਬਾਹੋਂ ਫੜ ਕੇ ਤੈਨੂੰ ਪਰੇ ਕਰ ਦੇਣਾ, ਜਾ ਤੂੰ ਜਾ ਕੇ ਆਪਣੇ ਹਾਣੀਆਂ 'ਚ ਖੇਡ, ਤੂੰ ਛੋਟਾ, ਅਸੀਂ ਤੇਰੇ ਤੋਂ ਵੱਡੇ ਆਂ।
ਅਸੀਂ ਵੱਡੇ ਆ, ਤੂੰ ਛੋਟਾ, ਜਾ ਜਾ ਕੇ ਆਪਣੇ ਹਾਣੀਆਂ 'ਚ ਖੇਡ। ਕਹਿੰਦੇ ਤੂੰ ਚਲੇ ਜਾਣਾ। ਫਿਰ ਆਪਣੇ ਸੀਸ ਤੇ ਵੱਡਾ ਸਾਰਾ ਦਮਾਲਾ, ਉੱਚੀ ਸਾਰੀ ਦਸਤਾਰ ਬੰਨ੍ਹ ਕੇ ਲਿਆਉਣੀ। ਲੈ ਵੀਰ ਜੀ, ਹੁਣ ਮੈਂ ਤੁਹਾਡੇ ਬਰਾਬਰ ਲੱਗਦਾ, ਹੁਣ ਤੇ ਮੈਨੂੰ ਆਪਣੇ ਨਾਲ ਖੜਾ ਲਓ। ਫਤਿਹ ਸਿਉ, ਤੂੰ ਮੇਰੇ ਤੋਂ ਛੋਟਾ, ਉਮਰ 'ਚ ਵੀ ਛੋਟਾ ਹੈ, ਇਸ ਕਰਕੇ ਤੇਰਾ ਕੱਦ ਵੀ ਮੇਰੇ ਨਾਲੋਂ ਛੋਟਾ। ਜਦੋਂ ਇਹ ਇੱਟਾਂ ਚਿਣਨੀਆਂ ਸ਼ੁਰੂ ਹੋ ਗਈਆਂ, ਕੰਧ ਹੋਣੀ ਸ਼ੁਰੂ ਹੋ ਗਈ, ਤੂੰ ਇਸ ਕੰਧ ਦੇ ਵਿੱਚ ਮੇਰੇ ਤੋਂ ਪਹਿਲਾਂ ਲੁਕ ਜਾਣਾ, ਤੂੰ ਮੇਰੇ ਤੋਂ ਪਹਿਲਾਂ ਸ਼ਹੀਦ ਹੋ ਜਾਣਾ, ਮੇਰੇ ਤੋਂ ਪਹਿਲਾਂ ਦਾਦਾ ਜੀ ਦੀ ਗੋਦ ਵਿੱਚ ਚਲਿਆ ਜਾਣਾ। ਮੈਂ ਇਹ ਸੋਚਦਾ, ਆਇਆ ਤੂੰ ਮੇਰੇ ਤੋਂ ਬਾਅਦ ਵਿੱਚ ਸੀ ਸੰਸਾਰ ਤੇ ਚਲੇ ਮੇਰੇ ਤੋਂ ਪਹਿਲਾਂ ਜਾਣਾ, ਚਲੇ ਮੇਰੇ ਤੋਂ ਪਹਿਲਾਂ ਜਾਣਾ। ਕਹਿੰਦੇ ਬਾਬਾ ਫਤਿਹ ਸਿੰਘ ਜੀ ਨੇ ਕੁਝ ਕੁ ਇੱਟਾਂ ਲਈਆਂ, ਹੇਠਾਂ ਚਿਣ ਲਈਆਂ ਤੇ ਉਹਨਾਂ ਦੇ ਉੱਪਰ ਖਲੋ ਗਏ। ਤੇ ਉੱਪਰ ਖਲੋ ਕੇ ਕਹਿੰਦੇ, ਲੈ ਵੀਰ ਜੀ, ਹੁਣ ਤੇ ਨਹੀਂ ਤੁਹਾਡੇ ਤੋਂ ਛੋਟਾ ਲੱਗਦਾ, ਆਪਾਂ ਇਕੱਠੇ ਖੇਡਦੇ ਰਹੇ ਹਾਂ ਤੇ ਇਹ ਮੌਤ ਸਾਨੂੰ ਵੱਖ ਨਹੀਂ ਕਰ ਸਕਦੀ। ਦਾਦੀ ਦੀ ਗੋਦ ਦਾ ਆਨੰਦ ਜੇ ਇਕੱਠਿਆਂ ਨੇ ਮਾਣਿਆ ਤੇ ਦਾਦਾ ਜੀ ਦੀ ਗੋਦ ਵਿੱਚ ਵੀ ਆਪਾਂ ਇਕੱਠੇ ਹੀ ਜਾਵਾਂਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦਾਦਾ ਜੀ ਦੀ ਗੋਦ ਵਿੱਚ ਵੀ ਇਕੱਠੇ ਜਾਵਾਂਗੇ। ਸਾਧ ਸੰਗਤ, ਸਿਦਕ ਨਹੀਂ ਹਾਰਿਆ, ਧਰਮ ਤੋਂ ਨਹੀਂ ਡੋਲੇ ਤੇ ਡੋਲਦੇ ਨਹੀਂ ਭਾਈ ਰੱਬ ਦੇ ਪਿਆਰੇ। ਸਮੇਂ ਦੀਆਂ ਸਰਕਾਰਾਂ ਨੇ ਬੜਾ ਜ਼ੋਰ ਲਾਇਆ, ਲਾਲਚ ਦੇ ਕੇ ਵੀ ਦੇਖ ਲੈ ਵੀ ਡੋਲ ਜਾਣਗੇ, ਡਰਾ ਕੇ ਵੀ ਵੇਖ ਲਿਆ, ਧਮਕਾ ਕੇ ਵੀ ਵੇਖ ਲਿਆ ਵੀ ਡੋਲ ਜਾਣਗੇ। ਪਰ ਜਿਹੜੇ ਸਿੱਖੀ ਸਿਦਕ ਵਿੱਚ ਪੂਰੇ ਹੁੰਦੇ ਆ ਨਾ ਭਾਈ, ਉਹ ਫੈਸਲਾ ਕਰਕੇ ਆਉਂਦੇ ਆ, ਉਹ ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ, ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ, ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। ਓ ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ, ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। 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 ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ। ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ। ਓ ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ। ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ। ਛੱਡਣੀ ਨਹੀਂ ਸਿੱਖੀ ਪਿਆਰੇ, ਛੱਡਣੀ ਨਹੀਂ ਸਿੱਖੀ ਪਿਆਰੇ। ਉਹ ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ, ਮਰਨੀ ਮਰ ਜਾਵਾਂਗੇ, ਛੱਡਣੀ ਨਹੀਂ ਸਿੱਖੀ ਪਿਆਰੇ। 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 ਮਰਤਾ ਮਰਤਾ ਜਗ ਮੁਆ, ਉਹ ਮਰ ਕੇ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ।
ਸਮਾਣੇ ਨੀਹਾਂ 'ਚ ਖਲੋ ਗਏ, ਕੰਧਾਂ ਉਸਰਨੀਆਂ ਸ਼ੁਰੂ ਹੋ ਗਈਆਂ। ਕੰਧ ਗਲ ਤੱਕ ਆਈ ਹੈ, ਕੰਧ ਵੀ ਡਿੱਗ ਪਈ, ਇਹ ਸਮੇਂ ਨੂੰ ਸਹਾਰ ਨਾ ਸਕੀ। ਸਾਹਿਬਜ਼ਾਦੇ ਵੀ ਬੇਹੋਸ਼ ਹੋ ਕੇ ਡਿੱਗ ਪਏ। ਸੂਬਾ ਸਰਹੰਦ ਕਹਿੰਦਾ ਇਹਨਾਂ ਦੀਆਂ ਤਲੀਆਂ ਝੱਸੋ। ਤਲੀਆਂ ਝੱਸੀਆਂ ਗਈਆਂ, ਥੋੜਾ ਜਿਹਾ ਹੋਸ਼ ਆਇਆ। ਕਹਿੰਦਾ ਅਜੇ ਵੀ ਸਮਾਂ, ਤੁਹਾਡਾ ਇਲਾਜ ਕਰਾ ਦੇਾਂਗੇ, ਮੇਰਾ ਕਹਿਣਾ ਮੰਨ ਲਓ। ਸਾਹਿਬਜ਼ਾਦਿਆਂ ਨੇ ਪਿਆ ਸਿਰ ਮਾਰ ਦਿੱਤਾ, ਜਵਾਬ ਦੇ ਦਿੱਤਾ। ਕਹਿੰਦਾ ਇਹਨਾਂ ਦੀਆਂ ਸਾਹ ਰਗਾਂ ਕੱਟ ਦਿਓ। ਸਮਾਣੇ ਦੇ ਦੋ ਭਰਾ ਸਾਸਲ ਬੇਗ ਤੇ ਬਾਸਲ ਬੇਗ ਅੱਗੇ ਆਏ। ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ, ਕੇਸ ਚੱਲਦਾ ਸੀ ਸੂਬੇ ਦੀ ਕਚਹਿਰੀ ਵਿੱਚ। ਕਹਿਣ ਲੱਗੇ ਇਹਨਾਂ ਦੀਆਂ ਸਾਹ ਰਗਾਂ ਅਸੀਂ ਕੱਟ ਦਿਆਂਗੇ, ਜਿਹੜਾ ਸਾਡਾ ਮੁਕੱਦਮਾ ਚੱਲਦਾ ਉਹ ਮੁਕੱਦਮਾ ਖਾਰਜ ਕਰ ਦਿਓ। ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬੈਠ ਕੇ ਜ਼ਾਲਮਾਂ ਨੇ ਗੁਰੂ ਕੇ ਲਾਲਾ ਦੀਆਂ ਸਾਹ ਰਗਾਂ ਕੱਟੀਆਂ, ਕਤਲ ਕੀਤਾ। ਗੁਰੂ ਕੇ ਲਾਲ ਆਪਣਾ ਆਪ ਦੇਸ਼ ਕੌਮ ਤੋਂ ਕੁਰਬਾਨ ਕਰ ਗਏ, ਸ਼ਹੀਦ ਹੋ ਗਏ। ਬਾਬਾ ਮੋਤੀ ਰਾਮ ਮਹਿਰਾ ਜੀ ਮਾਤਾ ਜੀਆਂ ਦੇ ਕੋਲ ਪਹੁੰਚੇ, ਠੰਡੇ ਬੁਰਜ ਦੇ ਵਿੱਚ ਦੁੱਧ ਦੀ ਸੇਵਾ ਲੈ ਕੇ। ਮਾਤਾ ਜੀ ਦੁੱਧ ਛਕ ਲੋ। ਮੋਤੀ ਰਾਮਾ ਤੂੰ ਅੱਜ ਕਚਹਿਰੀ ਗਿਆ ਸੀ? ਹਾਂ ਮਾਤਾ ਜੀ ਗਿਆ ਸੀ। ਕਹਿਣ ਲੱਗੀ ਅੱਗੇ ਇਸ ਵੇਲੇ ਨੂੰ ਮੇਰੇ ਪੋਤਰੇ ਵਾਪਸ ਆ ਜਾਂਦੇ ਆ, ਅੱਜ ਸਮਾਂ ਬੜਾ ਹੋ ਚੱਲਿਆ, ਵਾਪਸ ਨਹੀਂ ਆਏ। ਅੱਜ ਕਚਹਿਰੀ ਵਿੱਚ ਕੀ ਹੋਇਆ? ਮੈਨੂੰ ਕਚਹਿਰੀ ਦਾ ਹਾਲ ਸਾਰਾ ਸੁਣਾ। ਮਾਤਾ ਜੀ ਪਹਿਲਾਂ ਦੁੱਧ ਛਕ ਲੋ। ਦੁੱਧ ਨਹੀਂ ਮੈਂ ਛਕਣਾ, ਪਹਿਲਾਂ ਸਾਹਿਬਜ਼ਾਦਿਆਂ ਦਾ ਹਾਲ ਦੱਸ ਕੀ ਹੈ, ਉਹ ਅਜੇ ਤੱਕ ਵਾਪਸ ਕਿਉਂ ਨਹੀਂ ਆਏ? ਬਾਬਾ ਮੋਤੀ ਰਾਮ ਮਹਿਰਾ ਜੀ ਤਾਹਾਂ ਮਾਰ ਮਾਰ ਕੇ ਰੋਣ ਲੱਗ ਗਏ। ਮਾਤਾ ਜੀ ਆਪਣੇ ਬੱਚਿਆਂ ਨੂੰ ਉਡੀਕਣਾ ਛੱਡ ਦਿਓ, ਹੁਣ ਤੁਹਾਡੇ ਲਾਲਾ ਨੇ ਵਾਪਸ ਨਹੀਂ ਆਉਣਾ। ਵੇ ਮੋਤੀ ਰਾਮਾ ਇਹ ਕੀ ਪਿਆ ਆਖਦਾ ਹੈ? ਮਾਤਾ ਜੀ ਮੈਂ ਸੱਚ ਕਹਿਣਾ, ਤੇਰੇ ਸੋਹਣੇ ਲਾਲਾ ਨੇ ਮਾਤਾ ਜੀ ਹੁਣ ਮੁੜ ਕੇ ਨਹੀਂ ਆਉਣਾ। ਤੇਰੇ ਸੋਹਣੇ ਲਾਲਾ ਨੂੰ ਜ਼ਾਲਮਾਂ ਨੀਹਾਂ ਦੇ ਵਿੱਚ ਚਿਣਤਾ, ਨੀਹਾਂ ਵਿੱਚ ਚਿਣ ਕੇ ਮਾਤਾ ਜੀ ਸ਼ਹੀਦ ਕਰ ਦਿੱਤੇ। ਕਹਿੰਦੇ ਨੇ ਜਦੋਂ ਖਬਰ ਸੁਣੀ, ਧੰਨ ਮਾਤਾ ਗੁਜਰੀ ਜੀ ਚੌਂਕੜਾ ਮਾਰ ਕੇ ਬੈਠ ਗਏ। 10ਵੇਂ ਦੁਆਰ ਰਾਹੀਂ ਸਾਧ ਸੰਗਤ ਪੰਜ ਭੂਤਕ ਸਰੀਰ ਤਿਆਗ ਦਿੱਤਾ, ਸਵਾਸ ਬਾਹਰ ਕੱਢ ਲਏ। ਮਾਤਾ ਜੀ ਕੋਈ ਕਮਜ਼ੋਰ ਨਹੀਂ ਸੀ ਪੈ ਗਏ ਉਸ ਵੇਲੇ, ਕੋਈ ਦਿਲ ਨਹੀਂ ਸੀ ਛੱਡ ਗਏ ਉਸ ਵੇਲੇ। ਬੱਚਿਆਂ ਦੇ ਨਾਲ ਕੀਤਾ ਹੋਇਆ ਵਚਨ ਪੂਰਾ ਕਰਦੇ। ਜਦੋਂ ਗਏ ਨਾ ਕਚਹਿਰੀ, ਮਾਤਾ ਜੀ ਕਹਿੰਦੇ ਤੁਸੀਂ ਧਰਮੀ ਬਣਨਾ, ਧਰਮ ਤੋਂ ਡੋਲਣਾ ਨਹੀਂ। ਤੇ ਬੱਚੇ ਕਹਿੰਦੇ ਮਾਤਾ ਜੀ ਅਸੀਂ ਧਰਮੀ ਬਣਾਂਗੇ, ਧਰਮ ਤੋਂ ਨਹੀਂ ਡੋਲਾਂਗੇ, ਪਰ ਤੁਸੀਂ ਸਾਡੇ ਨਾਲ ਵਚਨ ਕਰ ਲਓ, ਸਾਡੇ ਨਾਲ ਤੁਸੀਂ ਵੀ ਦਰਗਾਹ ਨੂੰ ਚੱਲੋਗੇ। ਸਾਡਾ ਕੱਲਿਆਂ ਦਾ ਉੱਥੇ ਦਿਲ ਨਹੀਂ ਲੱਗਣਾ, ਜਿਵੇਂ ਇੱਥੇ ਤੁਹਾਡੀ ਗੋਦ ਦਾ ਆਨੰਦ ਮਾਣਿਆ ਮਾਤਾ ਜੀ, ਉੱਥੇ ਵੀ ਸਾਨੂੰ ਤੁਹਾਡੀ ਗੋਦ ਚਾਹੀਦੀ ਹੈ। ਬੱਚਿਓ ਮੈਂ ਤੁਹਾਡੇ ਨਾਲ ਵਚਨ ਕਰਦੀ ਹਾਂ, ਤੁਹਾਡੇ ਨਾਲ ਹੀ ਦਰਗਾਹ ਨੂੰ ਚੱਲਾਂਗੀ। ਇਸ ਕਰਕੇ ਮਾਤਾ ਜੀਆਂ ਨੇ ਆਪਣਾ ਵਚਨ ਪੂਰਾ ਕੀਤਾ। ਠੰਡੇ ਬੁਰਜ ਦੇ ਵਿੱਚ ਪੰਜ ਭੂਤਕ ਸਰੀਰ ਤਿਆਗਿਆ। ਸਾਧ ਸੰਗਤ ਅੱਜ ਦੇ ਦਿਨ ਸਰਹੰਦ ਦੀ ਧਰਤੀ ਤੇ ਦੀਵਾਨ ਟੋਡਰਮੱਲ ਨੂੰ, ਟੋਡਰਮੱਲ ਨੇ ਸੂਬੇ ਸਰਹੰਦ ਦੇ ਕੋਲੋਂ ਸਾਧ ਸੰਗਤ ਮੋਹਰਾਂ ਖੜੀਆਂ ਕਰਕੇ ਧਰਤੀ ਤੇ ਵਿਛਾਈਆਂ, ਜਗ੍ਹਾ ਖਰੀਦੀ ਸੰਸਕਾਰ ਜੋਗੀ। ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਅੱਜ ਦੇ ਦਿਨ ਅੰਤਮ ਸੰਸਕਾਰ ਕੀਤਾ ਗਿਆ। ਅਮਰੀਕਾ ਵੱਲੋਂ ਇਸ ਗੱਲ ਤੇ ਖੋਜ ਹੋਈ ਸੀ ਵੀ ਦੁਨੀਆ ਤੇ ਐਸੀ ਜਗ੍ਹਾ ਕਿਹੜੀ ਹੈ ਜਿਹੜੀ ਸਾਰਿਆਂ ਤੋਂ ਮਹਿੰਗੀ ਵਿਕੀ ਹੋਵੇ। ਤੇ ਜਦੋਂ ਇਸ ਗੱਲ ਤੇ ਰਿਸਰਚ ਕੀਤਾ ਤੇ ਸਾਧ ਸੰਗਤ ਸਾਹਮਣੇ ਇਹ ਗੱਲ ਆਈ ਵੀ ਜੇ ਦੁਨੀਆ ਤੇ ਸਭ ਤੋਂ ਮਹਿੰਗੀ ਵਿਕਣ ਵਾਲੀ ਕੋਈ ਜਗ੍ਹਾ ਹੈ, ਉਹ ਹੈ ਸਰਹੰਦ ਦੀ ਧਰਤੀ, ਜਿੱਥੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਸੰਸਕਾਰ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਅੱਜ ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨਾ ਕਰੋ। ਮਨਾਏ ਹੋਏ ਇਹ ਤਾਂ ਹੀ ਸਫਲੇ ਨੇ ਭਾਈ ਜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ, ਬਾਣੀ ਨਾਲ ਜੁੜਾਂਗੇ, ਬਾਣੇ ਨਾਲ ਜੁੜਾਂਗੇ, ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ। ਕਿਉਂਕਿ ਬਹੁਤ ਆਸ ਰੱਖੀ ਮਹਾਰਾਜ ਨੇ ਸਾਡੇ ਤੋਂ। ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਆਜੀਵਤ ਕਈ ਹਜ਼ਾਰ। ਵੀ ਕੀ ਹੋ ਗਿਆ ਜੇ ਚਾਰ ਚਲੇ ਗਏ, ਮੇਰੇ ਹਜ਼ਾਰਾਂ ਹੀ ਅਜੀਤ ਤੇ ਜੁਝਾਰ ਜਾਉਂਦੇ ਨੇ। ਹੁਣ ਆਪਾਂ ਆਪਣੇ ਵੱਲੀ ਜੀਵ ਨਜ਼ਰ ਮਾਰਨੀ ਹੈ ਵੀ ਅਸੀਂ ਅਜੀਤ ਤੇ ਜੁਝਾਰ ਵਰਗੇ ਬਣ ਗਏ, ਤੇ ਉਹਨਾਂ ਦੇ ਵਰਗੇ ਬਣ ਹੀ ਨਹੀਂ ਸਕਦੇ। ਅਸੀਂ 7 ਜਨਮ ਧਾਰ ਕੇ ਵੀ ਨਹੀਂ ਬਣ ਸਕਦੇ। ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੋ। ਇਸ ਕਰਕੇ ਬਾਣੀ ਨਾਲ ਜੁੜੋ, ਬਾਣੇ ਨਾਲ ਜੁੜੋ, ਅੰਮ੍ਰਿਤ ਛਕੋ ਭਾਈ। ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਹੋਣ ਦਾ ਮਾਣ ਹਾਸਲ ਕਰੋ। ਸੋ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀਆਂ ਦਾ, ਜਿਨ੍ਹਾਂ ਨੇ ਫੋਨ ਕਰਕੇ ਦਾਸਰਿਆਂ ਨੂੰ ਹੁਕਮ ਲਾਇਆ ਕਿ ਆਪ ਜੀਆਂ ਨੇ ਸੰਗਤਾਂ ਦੇ ਦਰਸ਼ਨ ਕਰਨੇ। ਸੋ ਆਪ ਰੱਬ ਰੰਗੀਆਂ ਸੰਗਤਾਂ ਦੇ ਦਰਸ਼ਨ ਹੋਏ। ਧੰਨਵਾਦ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਗੁਰੂ ਸਾਹਿਬ ਕਿਰਪਾ ਕਰਨ, ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਕਿਉਂਕਿ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਔਰ ਇਹ ਅੱਜ ਹੀ ਨਹੀਂ, ਪਿਛਲੇ ਸਮਿਆਂ ਤੋਂ ਹੀ ਹਕੂਮਤਾਂ ਆਪੋ ਆਪਣਾ ਜ਼ੋਰ ਲਾਉਂਦੀਆਂ ਆਈਆਂ ਨੇ। ਸਾਧ ਸੰਗਤ ਸਿੱਖੀ ਨੂੰ ਖਤਮ ਕਰਨ ਵਾਸਤੇ, ਸਿੱਖਾਂ ਨੂੰ ਖਤਮ ਕਰਨ ਵਾਸਤੇ, ਪੰਜਾਬ ਨੂੰ ਖਤਮ ਕਰਨ ਵਾਸਤੇ, ਪੰਜਾਬੀਅਤ ਨੂੰ ਖਤਮ ਕਰਨ ਵਾਸਤੇ। ਪਰ ਇਹ ਗੁਰੂ ਨਾਨਕ ਦਾ ਲਾਇਆ ਹੋਇਆ ਬੂਟਾ, ਅਬ ਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸੁਵਾਈ। ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਕਿਸਾਨ ਵੀਰ ਸਾਰੇ ਸਾਧ ਸੰਗਤ ਜੀ, ਹੁਣ ਕੋਈ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਰਿਹਾ, ਇਹ ਸਾਰੇ ਵਰਗਾਂ ਦਾ ਮਸਲਾ ਬਣ ਗਿਆ। ਤੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਜਿੰਨਾ ਵੱਧ ਤੋਂ ਵੱਧ ਅਸੀਂ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ, ਮਨ ਕਰਕੇ, ਤਨ ਕਰਕੇ, ਧਨ ਕਰਕੇ, ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ। ਜਿਹੜੇ ਉੱਥੇ ਸੰਘਰਸ਼ ਵਿੱਚ ਪਹੁੰਚੇ ਹੋਏ ਨੇ ਸਾਧ ਸੰਗਤ ਜੀ, ਉਹਨਾਂ ਦੀ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਨੀ ਹੈ। ਜਿਹੜੇ ਨਹੀਂ ਪਹੁੰਚ ਸਕਦੇ ਉਹ ਘਰ ਬੈਠ ਕੇ ਉਹਨਾਂ ਲਈ ਬਾਣੀ ਪੜ੍ਹੋ, ਜਾਪ ਕਰੋ ਤੇ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਜਿਹੜੇ ਵੀਰ ਗਏ ਹੋਏ ਆ ਉਹ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਨੂੰ ਵਾਪਸ ਪਰਤਣ। ਤੇ ਜਿਹੜੇ ਸਰਕਾਰੀ ਫੈਸਲੇ ਨੇ, ਕਾਲੇ ਬਿੱਲ, ਧੱਕੇ ਦੇ ਨਾਲ ਇਹ ਕਾਨੂੰਨ ਸਾਡੇ ਸਿਰ ਤੇ ਮੜ੍ਹੇ ਜਾ ਰਹੇ ਨੇ, ਇਹ ਬਿੱਲ ਰੱਦ ਹੋ ਜਾਣ, ਸਰਕਾਰੀ ਫੈਸਲੇ ਸਾਡੇ ਹੱਕ ਵਿੱਚ ਹੋਣ। ਸਾਰਿਆਂ ਨੇ ਸਾਧ ਸੰਗਤ ਇਹ ਅਰਦਾਸ ਕਰਨੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਆ ਧਾਰਨਾ ਪੜ੍ਹ ਕੇ ਫਿਰ ਆਪਾਂ ਆਨੰਦ ਸਾਹਿਬ ਦਾ ਜਾਪ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਉਹ ਧਰਮ ਤੋਂ ਜਿੰਦੜੀ ਵਾਰੀ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ।
ਧਰਮ ਤੋਂ ਜਿੰਦੜੀ ਵਾਰੀ, ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਧਰਮ ਤੋਂ ਜਿੰਦੜੀ ਵਾਰੀ, ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਧਰਮ ਤੋਂ ਜਿੰਦੜੀ ਵਾਰੀ, ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਧਰਮ ਤੋਂ ਜਿੰਦੜੀ ਵਾਰੀ, ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਧਰਮ ਤੋਂ ਜਿੰਦੜੀ ਵਾਰੀ, ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਗੁਰੂ ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਗੁਰੂ ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਤੋਂ ਜਿੰਦੜੀ ਵਾਰੀ। ਹਾਂ ਸੂਰਾ ਸੋ ਪਹਿਚਾਨੀਐ ਜੋ ਨਵੇਂ ਦੀਨ ਤੇ ਪੁਰਜਾ ਪੁਰਜਾ ਕੱਟ ਮਰੈ ਕਹੂ ਨਾ ਜਾਣਗੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਆਓ ਜੀ ਆਨੰਦ ਸਾਹਿਬ ਦਾ ਜਾਪ ਕਰਕੇ ਸਮਾਪਤੀ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਾ ਪਾਇਆ ਸਹਿਜ ਸਿੱਧ ਮਨ ਰਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਕਰੋ ਸਦੇ ਤੇਰਾ ਕਾਜ ਸਭ ਸਵਾਰਨਾ। ਭਵਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਤੇਰਾ ਸਭ ਕੁਛ ਹੈ ਜਿਸ ਤੇਰੇ ਸੋ ਪਾਵੇ। ਸਭਾ ਸ਼ਬਦ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਆਸ਼ੀਰਵਾਦ ਕੀਤਾ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਆਜੀ। ਪੰਜ ਸ਼ਬਦ ਕਿਤ ਘਰ ਸੁਭਾਗੈ ਕਰ ਸੁਭਾਗੈ ਭਾਵ ਦਵਾਰੀ। ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਮਾਰਿਆ। ਆਰਤ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਗੇ। ਹੈ ਨਾਨਕ ਤੈਸ ਕੋ ਆਚਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਪਰੇ ਸਗਲ ਵਸੂਰੇ। ਕਰੋ ਸੰਤਾਪ ਕਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਪ੍ਰੀਤ ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ। ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਵਾਣੀ ਪਿਤਾ ਮਾਤਾ
ਕਾ ਕਰਤ ਮਹਾਤ ਵਿਸਰਾ ਤੁਏ ਦਾਈ ਦਇਆ ਖਿਲੇ ਸਗਲ ਜਗਤ ਆਈਆਂ ਬੁਰਿਆਈਆਂ ਵਾਤੇ ਕਰਮ ਹਜ਼ੂਰ ਕਰਮੀ ਆਪੋ ਆਪਣੀ ਤੇ ਨੇੜੇ ਕੇ ਦੂਰ ਨਾਮ ਧਿਆਇਆ ਗਏ ਮਸਾਟਕ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁਟੇ ਨਾਲ ਨਾਮ ਧਿਆਇਆ ਗਏ ਮਸਾਟਕ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁਟੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ